ਬਾਈਨਰੀ ਟਰੀ ਵਿਦ ਸਪੈਸੀਫਿਕ ਪ੍ਰੋਪਰਟੀ ਕਿ ਉਹਦੀ ਲੈਫਟ ਸਾਈਡ ਜਿਹੜੀ ਆ ਉਹ ਰਾਈਟ ਸਾਈਡ ਨਾਲੋਂ ਉਹਦੀਆਂ ਵੈਲਿਊਜ਼ ਜਿਹੜੀਆਂ ਘੱਟ ਹੋਣਗੀਆਂ, ਰਾਈਟ ਸਾਈਡ ਦੀਆਂ ਵੈਲਿਊਜ਼ ਵੱਧ ਹੋਣਗੀਆਂ, ਲੈਫਟ ਸਾਈਡ ਦੀਆਂ ਵੈਲਿਊਜ਼ ਘੱਟ ਹੋਣਗੀਆਂ। ਸੋ ਆਪਾਂ ਇਸ ਤਰ੍ਹਾਂ ਦਾ ਕੁਛ ਕ੍ਰੀਏਟ ਕਰਾਂਗੇ ਬਾਈਨਰੀ ਟਰੀ। ਫੋਰ ਐਗਜ਼ਾਮਪਲ ਜੇ 7 5 8 ਮੀਨ ਲੈਫਟ ਸਾਈਡ ਦਾ ਜਿਹੜਾ ਸਬ ਟਰੀ ਹੈ ਉੱਥੇ ਜਿੰਨੀਆਂ ਵੀ ਵੈਲਿਊਜ਼ ਹੋਣਗੀਆਂ ਉਹ ਸਾਰੀਆਂ ਰੂਟ ਨੋਡ ਨਾਲੋਂ ਘੱਟ ਹੋਣਗੀਆਂ, ਔਰ ਰਾਈਟ ਸਾਈਡ ਦੀਆਂ ਜਿੰਨੀਆਂ ਵੀ ਵੈਲਿਊਜ਼ ਹੋਣਗੀਆਂ ਉਹ ਸਾਰੀਆਂ ਰੂਟ ਨੋਡ ਨਾਲੋਂ ਵੱਧ ਹੋਣਗੀਆਂ। ਤਾਂ ਕਿਸੇ ਵੀ ਬਾਈਨਰੀ ਟਰੀ ਦੇ ਵਿੱਚ ਜੋ ਵੀ ਇੱਕ ਨੋਡ ਹੈ, ਉਸ ਨੋਡ ਦੇ ਵਿੱਚ ਆਪਣੇ ਕੋਲ 3 ਹਿੱਸੇ ਹੁੰਦੇ ਆ। ਇੱਕ ਹਿੱਸਾ ਤਾਂ ਇਨਫੋਰਮੇਸ਼ਨ ਨੂੰ ਸਟੋਰ ਕਰਨ ਵਾਸਤੇ ਹੈ, ਇੱਕ ਹਿੱਸਾ ਜਿਹੜਾ ਆਪਾਂ ਬਣਾਉਂਦੇ ਆ ਲੈਫਟ ਸਾਈਡ ਨੂੰ ਪੁਆਇੰਟ ਕਰਨ ਲਈ ਇੱਕ ਪੁਆਇੰਟਰ ਚਾਹੀਦਾ ਹੈ, ਔਰ ਇੱਕ ਆਪਾਂ ਨੂੰ ਰਾਈਟ ਸਾਈਡ ਵੱਲ ਨੂੰ ਪੁਆਇੰਟ ਕਰਨ ਲਈ ਇੱਕ ਪੁਆਇੰਟਰ ਚਾਹੀਦਾ ਹੈ। ਸੋ ਆਪਣੀ ਜਿਹੜੀ ਨੋਡ ਹੈ ਉਹਦੇ ਵਿੱਚ 3 ਐਲੀਮੈਂਟਸ ਹੋਣਗੇ, ਜਿਵੇਂ ਕਿ ਮੈਂ ਇੱਥੇ ਵੀ ਬਣਾ ਲਿਆ। ਸੋ ਦਿਸ ਨੋਡ ਕੈਨ ਬੀ ਰਿਪਰੈਜ਼ੈਂਟਡ ਵਿਦ ਦ ਹੈਲਪ ਆਫ ਸਟਰਕਚਰ, ਔਰ ਇਟ ਕੈਨ ਬੀ ਰਿਪਰੈਜ਼ੈਂਟਡ ਵਿਦ ਦ ਹੈਲਪ ਆਫ ਕਲਾਸ ਆਲਸੋ। ਸੋ ਤੁਸੀਂ ਇੱਥੇ ਸਟਰਕਚਰ ਦੀ ਥਾਂ ਤੇ ਕਲਾਸ ਵੀ ਲਿਖ ਸਕਦੇ ਹੋ। ਨਾਮ ਤੁਸੀਂ ਕੁਝ ਵੀ ਰੱਖਿਆ ਜਾ ਸਕਦਾ। ਮੈਂ ਇੱਥੇ ਨਾਮ ਰੱਖ ਲਿਆ ਟਰੀ ਨੋਡ। ਸੋ ਟਰੀ ਨੋਡ ਦੇ ਵਿੱਚ ਮੇਰੇ ਕੋਲ 3 ਐਂਟਰੀਜ਼ ਹੈਗੀਆਂ ਨੇ। ਇੱਕ ਹੈ ਇੰਟੀਜਰ ਟਾਈਪ ਦੀ, ਜਿਹਦੇ ਵਿੱਚ ਮੈਂ ਆਪਣੀ ਵੈਲਿਊ ਸਟੋਰ ਕਰਨੀ ਹੈ। ਇੱਕ ਮੇਰੇ ਕੋਲ ਟਰੀ ਨੋਡ ਜਿਹੜਾ ਕਿ ਸੇਮ ਡਾਟਾ ਟਾਈਪ ਹੈ, ਲੈਫਟ ਸਾਈਡ ਟਰੀ ਨੋਡ ਰਾਈਟ ਸਾਈਡ। ਸੋ ਮੈਂ ਇਹ ਦੋਨੋਂ ਸਟਾਰ ਨਾਲ ਰਿਪਰੈਜ਼ੈਂਟ ਕਰ ਰਿਹਾ, ਦੈਟ ਮੀਨਸ ਇਹ ਦੋਨੋਂ ਪੁਆਇੰਟਰਸ ਹੈਗੇ ਨੇ। ਸੋ ਇਸ ਤਰ੍ਹਾਂ ਕਰਕੇ ਆਪਾਂ ਇੱਕ ਸਿੰਪਲ ਨੋਡ ਦਾ ਸਟਰਕਚਰ ਕ੍ਰੀਏਟ ਕਰ ਸਕਦੇ ਹਾਂ। ਸੋ ਇਸ ਨੋਡ ਨੂੰ ਲੈ ਕੇ ਹੁਣ ਆਪਾਂ ਟਰੀ ਕ੍ਰੀਏਟ ਕਰਨੇ ਆ। ਸੋ ਮੈਂ ਇੱਕ ਕਲਾਸ ਕ੍ਰੀਏਟ ਕਰਾਂਗਾ ਬਾਈਨਰੀ ਟਰੀ, ਨਾਮ ਆਪਾਂ ਰੱਖ ਲਿਆ ਬਾਈਨਰੀ ਟਰੀ। ਉਹਦੇ ਵਿੱਚ ਜਿਹੜਾ ਇਹ ਪਹਿਲਾ ਵੇਰੀਏਬਲ ਹੈ ਇਹਨੂੰ ਪਬਲਿਕ ਰੱਖਣ ਦੀ ਬਜਾਏ ਮੈਂ ਇਹਨੂੰ ਪ੍ਰਾਈਵੇਟ ਰੱਖਾਂਗਾ। ਇਹਨੂੰ ਮੈਂ ਪ੍ਰਾਈਵੇਟ ਰੱਖਣਾ ਹੈ। ਇੱਥੇ ਮੈਂ ਪਬਲਿਕ ਲਿਖਿਆ ਹੈ, ਪਬਲਿਕ ਤਾਂ ਚਲੋ ਚੱਲ ਹੀ ਜਾਣਾ ਆ, ਬਟ ਐਕਚੁਅਲ ਇੰਪਲੀਮੈਂਟੇਸ਼ਨ ਜਦੋਂ ਆਪਾਂ ਆਬਜੈਕਟ ਓਰੀਐਂਟਡ ਇੰਪਲੀਮੈਂਟੇਸ਼ਨ ਕਰਦੇ ਆ ਤਾਂ ਜਿਹੜਾ ਵੀ ਡੇਟਾ ਹੈ ਦੈਟ ਡੇਟਾ ਸ਼ੁੱਡ ਨਾਟ ਬੀ ਅਸੈਸੀਬਲ ਓਪਨਲੀ। ਸੋ ਜਿੰਨਾ ਵੀ ਤੁਸੀਂ ਡੇਟਾ ਰੱਖਣਾ ਹੈ ਉਹ ਤੁਹਾਡਾ ਪ੍ਰਾਈਵੇਟ ਹੋਣਾ ਚਾਹੀਦਾ ਹੈ। ਜਿਹੜੇ ਤੁਹਾਡੇ ਮੈਥਡਸ ਹਨ, that is the interface ਜਿਹਦੇ ਥਰੂ ਆਊਟਰ ਪ੍ਰੋਗਰਾਮ ਨੇ, ਹੋਰ ਪ੍ਰੋਗਰਾਮ ਨੇ ਤੁਹਾਡੇ ਇਸ ਕਲਾਸ ਦੇ ਨਾਲ ਇੰਟਰੈਕਸ਼ਨ ਕਰਨੀ ਹੈ, ਉਹ ਸਾਰੇ ਦੇ ਸਾਰੇ ਮੈਥਡਸ ਆਪਣੇ ਪਬਲਿਕ ਹੋਣਗੇ। ਠੀਕ, ਤਾਂ ਜਿਹੜੇ ਮੈਥਡ ਆਪਾਂ ਨੂੰ ਚਾਹੀਦੇ ਨੇ, ਡਿਸਟਰੋਏ ਆਪਾਂ ਨੂੰ ਇਹ ਚਾਹੀਦਾ ਕਿ ਟਰੀ ਨੂੰ ਡਿਸਟਰੋਏ ਕਰਨ ਦੀ ਆਪਸ਼ਨ ਹੋਣੀ ਚਾਹੀਦੀ ਹੈ, ਨੋਡ ਨੂੰ ਡਿਲੀਟ ਕਰਨ ਦੀ ਆਪਸ਼ਨ ਹੋਣੀ ਚਾਹੀਦੀ ਹੈ, ਟਰੀ ਨੂੰ ਡਿਸਪਲੇ ਕਰਨ ਦੀ ਆਪਸ਼ਨ ਹੋਣੀ ਚਾਹੀਦੀ ਹੈ। ਡਿਸਪਲੇ ਕਰਨ ਦੇ 3 ਤਰੀਕੇ ਹੈਗੇ ਨੇ, ਇਨ ਆਰਡਰ, ਪ੍ਰੀ ਆਰਡਰ, ਪੋਸਟ ਆਰਡਰ। ਇਹਨਾਂ ਬਾਰੇ ਆਪਾਂ ਲੇਟਰ ਔਨ ਗੱਲ ਕਰਾਂਗੇ। ਤੇ ਉਸ ਤੋਂ ਇਲਾਵਾ ਟਰੀ ਦੇ ਵਿੱਚ ਆਪਣੇ ਕੋਲ ਨੋਡ ਨੂੰ ਇਨਸਰਟ ਕਰਨ ਦੀ ਆਪਸ਼ਨ ਹੋਣੀ ਚਾਹੀਦੀ ਹੈ। ਠੀਕ, ਸੋ ਉਹ ਸਾਰਾ ਕੁਝ ਕਰਨ ਤੋਂ ਬਾਅਦ ਆਪਾਂ ਇੱਕ ਕ੍ਰੀਏਟ ਕਰਾਂਗੇ ਕੰਸਟਰਕਟਰ। ਕੰਸਟਰਕਟਰ ਦੇ ਵਿੱਚ ਜਿਹੜੀ ਰੂਟ ਨੋਡ ਹੈ, ਜਿਵੇਂ ਮੈਂ ਕੱਲ ਵੀ ਗੱਲ ਕੀਤੀ ਸੀ, ਜਿਵੇਂ ਲਿੰਕ ਲਿਸਟ ਦੇ ਵਿੱਚ ਇੱਕ ਆਪਾਂ ਹੈਡਰ ਨੋਡ ਰੱਖਦੇ ਹਾਂ ਜਿਹਦੇ ਵਿੱਚ ਲਿੰਕ ਲਿਸਟ ਦੀ ਪਹਿਲੀ ਨੋਡ ਦਾ ਐਡਰੈਸ ਹੁੰਦਾ ਹੈ। ਉਸੇ ਤਰ੍ਹਾਂ ਜਦੋਂ ਆਪਾਂ ਟਰੀ ਕ੍ਰੀਏਟ ਕਰਨਾ ਹੈ ਤਾਂ ਟਰੀ ਦੇ ਵਿੱਚ ਵੀ ਆਪਾਂ ਨੂੰ ਇੱਕ ਪੁਆਇੰਟਰ ਚਾਹੀਦਾ ਹੈ ਜਿਹੜਾ ਕਿ ਫਰਸਟ ਨੋਡ ਨੂੰ ਪੁਆਇੰਟ ਕਰੇਗਾ। ਤਾਂ ਉਸ ਪੁਆਇੰਟਰ ਦਾ ਨਾਮ ਆਪਾਂ ਰੱਖਦੇ ਹਾਂ ਰੂਟ। ਤਾਂ ਟਰੀ ਕ੍ਰੀਏਟ ਕਰਨ ਦਾ ਮਤਲਬ ਜੇ ਆਪਣੇ ਕੋਲ ਰੂਟ ਦੇ ਵਿੱਚ ਕੋਈ ਐਡਰੈਸ ਹੈ ਕਿਸੇ ਨੋਡ ਦਾ, ਤਾਂ ਉਸ ਨੋਡ ਤੋਂ ਆਪਾਂ ਹਰ ਇੱਕ ਉਹਦੇ ਲੈਫਟ ਸਾਈਡ ਤੇ ਵੀ ਜਾ ਸਕਦੇ ਹਾਂ, ਉਸ ਨੋਡ ਤੋਂ ਆਪਾਂ ਨੂੰ ਰਾਈਟ ਸਾਈਡ ਵੱਲ ਵੀ ਮੂਵ ਕੀਤਾ ਜਾ ਸਕਦਾ ਹੈ। ਸੋ ਆਪਾਂ ਨੂੰ ਇੱਕ ਐਡਰੈਸ ਚਾਹੀਦਾ ਸਟੋਰ ਕਰਨ ਵਾਸਤੇ। ਸੋ ਜੇ ਉਸ ਵੇਰੀਏਬਲ ਦੇ ਵਿੱਚ ਆਪਾਂ ਇੱਕ ਪੁਆਇੰਟਰ ਟਾਈਪ ਦਾ ਵੇਰੀਏਬਲ ਬਣਾ ਲਿਆ ਜਿਹਦਾ ਨਾਮ ਆਪਾਂ ਰੂਟ ਰੱਖਦੇ ਹਾਂ, ਤੁਸੀਂ ਕੁਝ ਵੀ ਨਾਮ ਰੱਖਿਆ ਜਾ ਸਕਦਾ, ਬਟ ਜਨਰਲੀ ਇਹਦਾ ਨਾਮ ਆਪਾਂ ਰੂਟ ਰੱਖ ਲੈਂਦੇ ਹਾਂ ਕਿ ਇਹ ਰੂਟ ਨੋਡ ਨੂੰ ਪੁਆਇੰਟ ਕਰ ਰਿਹਾ ਹੈ। ਰੂਟ ਦਾ ਮਤਲਬ ਕੀ ਹੋ ਗਿਆ ਕਿ ਇਹ ਪੁਆਇੰਟਰ ਰੂਟ ਨੋਡ ਨੂੰ ਪੁਆਇੰਟ ਕਰ ਰਿਹਾ ਹੈ। ਹੁਣ ਇਸ ਪੁਆਇੰਟਰ ਦੇ ਵਿੱਚ ਜੇ ਤਾਂ ਵੈਲਿਊ ਨਲ ਹੈ, ਦੈਟ ਮੀਨਸ ਕੋਈ ਵੀ ਇੱਥੇ ਐਡਰੈਸ ਆਪਾਂ ਸਟੋਰ ਨਹੀਂ ਕੀਤਾ ਹੋਇਆ, ਇਹਦਾ ਮਤਲਬ ਕੀ ਹੈ ਕਿ ਆਪਣੇ ਕੋਲ ਕੋਈ ਵੀ ਟਰੀ ਐਗਜ਼ਿਸਟ ਨਹੀਂ ਕਰ ਰਿਹਾ, ਕਿ ਫਿਲਹਾਲ ਜਿਹੜਾ ਆਪਣਾ ਟਰੀ ਹੈ ਉਹ ਐਮਪਟੀ ਹੈ। ਠੀਕ, ਤੇ ਜਦੋਂ ਆਪਾਂ ਪ੍ਰੋਗਰਾਮ ਨੂੰ ਸਟਾਰਟ ਕਰਨਾ ਹੈ ਬਾਈ ਡਿਫਾਲਟ ਰੂਟ ਦੀ ਵੈਲਿਊ ਆਪਾਂ ਨਲ ਰੱਖ ਲੈਣੀ ਹੈ। ਠੀਕ, ਉਸ ਤੋਂ ਬਾਅਦ ਰੂਟ ਦੇ ਵਿੱਚ ਜੇ ਕੋਈ ਐਡਰੈਸ ਹੈਗਾ ਆ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਟਰੀ ਕ੍ਰੀਏਟ ਹੋ ਗਿਆ। ਤਾਂ ਉਸ ਟਰੀ ਦੇ ਵਿੱਚ ਹੋ ਸਕਦਾ ਇੱਕ ਨੋਡ ਹੋਵੇ ਜਿਹੜੀ ਕਿ ਰੂਟ ਨੋਡ ਹੀ ਹੋਏਗੀ, ਹੋ ਸਕਦਾ ਉਹਦੇ ਵਿੱਚ ਫਰਦਰ ਹੋਰ ਅੱਗੇ ਸਬ ਟਰੀ ਕ੍ਰੀਏਟ ਹੋਣ ਜਾਂ ਹੋਰ ਅੱਗੇ ਫਰਦਰ ਨੋਡ ਹੋਣ ਲੈਫਟ ਸਾਈਡ ਦੇ ਉੱਤੇ ਜਾਂ ਰਾਈਟ ਸਾਈਡ ਦੇ ਉੱਤੇ, ਡਿਪੈਂਡਿੰਗ ਅਪਨ ਦਾ ਵੈਲਿਊ ਆਫ ਦੀ ਨੋਡ। ਤਾਂ ਇਸ ਤਰ੍ਹਾਂ ਕਰਕੇ ਆਪਾਂ ਫਰਦਰ ਇੰਸਰਸ਼ਨ ਦਾ ਲੌਜਿਕ ਕ੍ਰੀਏਟ ਕਰਾਂਗੇ। ਆਪਾਂ ਉਸ ਤੋਂ ਬਾਅਦ ਰਿਮੂਵ ਦਾ ਲੌਜਿਕ ਕ੍ਰੀਏਟ ਕਰਾਂਗੇ। ਆਪਾਂ ਉਸ ਤੋਂ ਬਾਅਦ ਨੋਡ ਦੇ ਵਿੱਚੋਂ ਕਿਸੇ ਜਿਹੜੇ ਟਰੀ ਦੇ ਵਿੱਚੋਂ ਕਿਸੇ ਵੈਲਿਊ ਨੂੰ ਜੇ ਆਪਾਂ ਸਰਚ ਕਰਨਾ ਹੈ ਤਾਂ ਉਹ ਸਰਚਿੰਗ ਦਾ ਲੌਜਿਕ ਆਪਾਂ ਕ੍ਰੀਏਟ ਕਰਾਂਗੇ। ਫਿਰ ਇਹ ਵੀ ਜ਼ਰੂਰਤ ਹੋ ਸਕਦੀ ਹੈ ਕਿ ਟਰੀ ਨੂੰ ਆਪਾਂ ਡਿਸਪਲੇ ਕਰੀਏ। ਡਿਸਪਲੇ ਇਨ ਆਰਡਰ ਦੀ ਫਾਰਮ 'ਚ ਹੋ ਸਕਦਾ ਹੈ, ਪ੍ਰੀ ਆਰਡਰ ਦੀ ਫਾਰਮ 'ਚ ਹੋ ਸਕਦਾ ਹੈ, ਪੋਸਟ ਆਰਡਰ ਦੀ ਫਾਰਮ 'ਚ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਿਸਮਾਂ ਹੈਗੀਆਂ ਨੇ ਡਿਸਪਲੇ ਕਰਨ ਦੀਆਂ, ਹੋਰ ਵੀ ਆਪਸ਼ਨ ਹੈਗੀਆਂ ਨੇ ਟਰੈਵਰਸ ਕਰਨ ਦੀਆਂ ਟਰੀ ਨੂੰ। ਤਾਂ ਆਪਾਂ ਸਾਰੀਆਂ 1 ਬਾਏ 1 ਅੱਜ ਦੇ ਲੈਕਚਰ ਦੇ ਵਿੱਚ ਕਵਰ ਕਰਨੀਆਂ ਨੇ। ਤੇ
सब तो पहला आपां इंसर्शन वाल चलांगे। तो ये हुण मैं तुहानूं इत्थे दिखाउण दी बजाय डायरैक्ट कोड दे विच ही लै चलदा। तो कोड दे विच जो मैं डिवेलप कीता, जो मैं तुहानूं दिखाना चाह रहा, सब तो पहला तो आपां एक स्ट्रक्चर बना लिया ट्री नोड दा, जिवें कि मैं तुहानूं ਉਹਦੇ ਵਿੱਚ भी शो कीता सीगा स्लाइड दे विच। तो ਇਹਦੇ ਵਿੱਚ ਮੇਰੇ ਕੋਲ ਇੱਕ इंटीजर वैल्यू, एक मेरे को ट्री नोड स्टार लैफ्ट, एक मेरे को ट्री नोड स्टार राइट। ठीक है, तीन मेरे को वेरीएबल मैं क्रिएट कर ले, एक इंटीजर टाइप का है तो दो पॉइंटर वेरीएबल ने, और उन्होंने दे विच एड्रैस आएगा नोड का। ठीक, उस तो बाद ਆਪਾਂ ਬਾਈਨਰੀ ट्री, ਜਿਵੇਂ ਮੈਂ ਉਹਦੇ ਵਿੱਚ ਗੱਲ ਕੀਤੀ ਸੀ ਕਿ ਬਾਈਨਰੀ ट्री ਦੇ ਵਿੱਚ ਜਿਹੜਾ रूट नोड ਆਪਾਂ ਡਿਸਪਲੇ ਕਰਨੇ ਆ। ਹੁਣ ਇੱਥੇ रूट ਦੇ ਵਿੱਚ स्टार रूट ਲਿਖਿਆ, दैट मीन ਇਹ ਇੱਕ ਪੁਆਇੰਟਰ ਹੈ। नाउ दिस इज अ पॉइंटर एंड इस पॉइंटर ਦੇ ਵਿੱਚ ਕੀ ਹੋਏਗਾ, इस पॉइंटर ਦੇ ਵਿੱਚ फर्स्ट नोड ਦਾ ਜਿਹੜੀ ਜਿਹਨੂੰ ਆਪਾਂ रूट नोड ਕਹਿ ਦਿੰਦੇ ਆ ਉਹਦਾ ਐਡਰੈਸ ਹੋਏਗਾ। ਉਸ ਤੋਂ ਬਾਅਦ ਆਪਣੇ ਕੋਲ ਬਾਕੀ ਜਿਹੜੇ ਮੈਥਡਸ ਹੈਗੇ ਨੇ ਉਹ ਸਾਰੇ ਪਬਲਿਕ ਹੋਣਗੇ। ਸਟਾਰਟਿੰਗ ਦੇ ਵਿੱਚ ਜਿਹੜਾ ਬਾਈਨਰੀ ਟਰੀ ਹੈ ਉਹਦੇ ਵਿੱਚ ਮੈਂ ਜਿਹੜਾ ਕੰਸਟਰਕਟਰ ਹੈ, ਕੰਸਟਰਕਟਰ ਕੀ ਚੀਜ਼ ਹੈ, ਜਦੋਂ ਵੀ ਆਪਾਂ ਇਸ ਕਲਾਸ ਦਾ ਕੋਈ ਆਬਜੈਕਟ ਕ੍ਰੀਏਟ ਕਰਾਂਗੇ ਤਾਂ ਉਹ ਕੰਸਟਰਕਟਰ ਆਟੋਮੈਟਿਕਲੀ ਕਾਲ ਹੋਏਗਾ। ਸੋ ਇਸ ਕਲਾਸ ਨੂੰ ਲੈ ਕੇ ਬਾਈਨਰੀ ਟਰੀ ਕਲਾਸ ਮੇਰੀ ਇੱਕ ਟਰੀ ਦੇ ਸਟਰਕਚਰ ਨੂੰ, ਉਹਦੇ ਬਿਹੇਵੀਅਰ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਤਾਂ ਇਸ ਕਲਾਸ ਨੂੰ ਲੈ ਕੇ ਮੈਂ ਜਿੰਨੇ ਵੀ ਆਬਜੈਕਟ ਬਣਾਵਾਂਗਾ ਉਹ ਸਾਰੇ ਬਾਈਨਰੀ ਟਰੀ ਨੂੰ ਰਿਪਰੈਜ਼ੈਂਟ ਕਰਨਗੇ। ਸੋ आई कैन क्रिएट 1000 और n नंबर ऑफ बाइनरी ट्रीज फ्रॉम दिस पर्टिकुलर क्लास। वो सारे बाइनरी ट्री ऑब्जेक्ट होंगे इसे क्लास दे। ठीक, तो जो भी कोई ऑब्जेक्ट क्रिएट होएगा तो ऑटोमेटिकली कंस्ट्रक्टर कॉल होएगा। जो मैं फर्स्ट बाइनरी ट्री बनावांगा तो कंस्ट्रक्टर कॉल होएगा पहले बाइनरी ट्री दी जिहड़ी रूट है वो सैट हो जाएगी नल पॉइंटर नु। सिमिलरली जो मैं सैकंड अपना ऑब्जेक्ट क्रिएट करांगा अगेन कॉल होएगा तो ओदी जिहड़ी रूट है सैकंड ट्री दी वो भी नल पॉइंटर। सो जो भी आपां कोई ऑब्जेक्ट बनावांगे तो बाय डिफॉल्ट ओदे विच कोई भी नोड नहीं होएगी। जो कोई भी नोड नहीं हैगी तो रूट जिहड़ा हमेशा नल पॉइंटर नु रेफर करेगा। सो कंस्ट्रक्टर दे विच आपां वो लाइन लिख के इस चीज नु इंप्लीमेंट कर लिया। उस तो बाद आपां नोड नु इंसर्ट करन दा लॉजिक इंसर्ट करनी है। जो नोड कोई भी इंसर्ट करनी है तो आपां नूं चाहिए इनफॉर्मेशन जिहड़ी कि आपां ने इंसर्ट करनी है। वो इनफॉर्मेशन आपां नूं मेन प्रोग्राम या कोई भी होर प्रोग्राम जिहड़ा इस क्लास नूं यूज कर रहा है वो प्रोग्राम आपां नूं एक वैल्यू पास करेगा इस मैथड नूं। वो वैल्यू आपां इंसर्ट करनी है ट्री दे अंदर। तो वो जिहड़ी वैल्यू होएगी, बिकॉज मेरी जिहड़ी वैल्यू है वो इंटीजर टाइप दी है, इत्थे मेरे कोल जिहड़ी मैं वैल्यू लिखी हुई है ये इंटीजर टाइप दी है। तो मैं हमेशा जिहड़ा इंसर्शन होएगी वो हमेशा इंटीजर टाइप दी वैल्यू दी ही होएगी, जिहदे विच आपां जदों इंसर्ट नोड नूं आपां कॉल कीता तां इहदे विच डी वैल्यू जिहड़ी होएगी वो हमेशा इंटीजर टाइप दी इनू पास होएगी। इनू आपां ने इंसर्ट करना है अपने ओदे विच ट्री दे विच। ओके, हुण मैं इत्थे एक सैंपल ट्री आपां क्रिएट कर लैने। सपोज सब तो पहला केस की होएगा कि अपने कोल रूट जो है वो नल होएगा। जो अपने कोल रूट दे विच नल पॉइंटर है तो आपां की करना है, तो आपां की करना अपने कोल दो ही केस ने, जां तां ट्री ऑलरेडी एग्जिस्ट कर रहा है जां ट्री एग्जिस्ट नहीं कर रहा। तो पहला केस जो ट्री एग्जिस्ट नहीं कर रहा तो अपने कोल रूट दे विच नल पॉइंटर होएगा। तो आपां की करांगे एक नवी नोड क्रिएट करांगे, ओदी लेफ्ट साइड भी नल कर देंगे राइट साइड भी नल कर देंगे। सपोज एदा एड्रैस आ गया 110, ਇਹਦੇ ਵਿੱਚ जो भी ਇੱਥੇ वैल्यू आएगी डी ਦੇ ਵਿੱਚੋਂ ਉਹ वैल्यू ਆਪਾਂ ਇਹਦੇ ਵਿੱਚ इंसर्ट करती। सपोज वैल्यू आ गई 15। ठीक, वो वैल्यू ਇੱਥੇ इंसर्ट करती। इंसर्ट करन तो बाद ਜਿਹੜਾ ਇਹ ਐਡਰੈਸ ਹੈ ਆਪਾਂ रूट ਨੂੰ ਸੈੱਟ ਕਰ ਦੇਣਾ ਹੈ। ਸੋ रूट विल पॉइंट टू दिस पर्टिकुलर नोड। ਤਾਂ ਇੱਥੇ ਨਲ ਪੁਆਇੰਟਰ ਦੀ ਥਾਂ ਤੇ ਆਪਾਂ ਲਿਖ ਦਾਂਗੇ 110। तो ਇਹ ਹੈ ट्री ਨੂੰ ਇਨੀਸ਼ੀਅਲਾਈਜ਼ ਕਰਨਾ। ਆਪਾਂ ਨੇ ट्री ਨੂੰ ਸਟਾਰਟ ਕਰਤਾ ਪਹਿਲੀ ਨੋਡ ਜਦੋਂ ਇੰਸਰਟ ਹੋਏਗੀ। तो इस नोड वास्ते ਹੁਣ ਸਟੈਪ ਕੀ ਨੇ, क्रिएट अ न्यू नोड। स्टेप की ने क्रिएट अ न्यू नोड, फिर की है सेट वैल्यू, फिर की है सेट लेफ्ट एंड राइट पॉइंटर। ओके, फिर की है अपने को सेट रूट पॉइंटर। ओके, तो आ अपने कोल स्टेप हैगे ने। सब तो पहला है क्रिएट अ न्यू नोड। न्यू नोड किवें क्रिएट होएगी, ਉਹਦੇ ਲਈ अपने कोल वेरिएबल आ ਲੱਗਿਆ ਹੋਇਆ न्यू। ਜਦੋਂ ਵੀ न्यू कीवर्ड लगेगा ਤਾਂ ट्री नोड टाइप ਦੀ ਇੱਕ ਨਵੀਂ ਨੋਡ ਕ੍ਰੀਏਟ ਹੋ ਜਾਏਗੀ। ਸੋ न्यू कीवर्ड ਨੇ ਮੈਮਰੀ ਨੂੰ ਐਲੋਕੇਟ ਕਰਨਾ ਹੈ। ਮੈਮਰੀ ਦੇ ਵਿੱਚ 3 ਲੋਕੇਸ਼ਨਾਂ ਐਲੋਕੇਟ ਹੋਣਗੀਆਂ। ਉਹਨਾਂ ਲੋਕੇਸ਼ਨਾਂ ਦਾ ਜੋ ਵੀ ਸਟਾਰਟਿੰਗ ਐਡਰੈਸ ਹੋਏਗਾ ਉਹ ਸਟਾਰਟਿੰਗ ਐਡਰੈਸ ਸਪੋਜ਼ 110 ਹੈ, ਉਹ ਆਪਣੇ ਕੋਲ न्यू नोड नाम के वेरिएबल दे विच आ जाएगा। तो न्यू नोड
एक मैं बनाया है की चीज, न्यू नोड की चीज बना ली अपन ने। न्यू नोड दी डाटा टाइप की है ट्री नोड। तो ट्री नोड टाइप ਦਾ ही एक मैं पॉइंटर वेरिएबल बनाया ਜਿਹਦੇ ਵਿੱਚ ਕਿ ਐਡਰੈਸ ਆਣਾ, ਕਾਹਦਾ ਐਡਰੈਸ ਆਣਾ, ट्री नोड टाइप ਦੇ ਜੋ ਵੀ ਵੇਰੀਏਬਲ ਐਲੋਕੇਟ ਹੋਣਗੇ, ਜੋ ਆਪਾਂ ਜਦੋਂ ਨਿਊ ਕੀਵਰਡ ਦੇ ਨਾਲ ਮੈਮਰੀ ਐਲੋਕੇਟ ਹੋਣੀ ਹੈ ਉਹਨਾਂ ਦਾ ਜੋ ਐਡਰੈਸ ਹੋਏਗਾ ਉਹ ਐਡਰੈਸ ਆਏਗਾ। ਸੋ ਕਿੰਨੀ ਮੈਮਰੀ ਐਲੋਕੇਟ ਹੋਣੀ ਹੈ that depends upon the data type। तो मेरे को इंटीजर डेटा टाइप है, इंटीजर ਦੇ 2 ਬਾਈਟਸ ਹੋਣਗੇ। ਸਪੋਜ਼ ਐਡਰੈਸ ਨੂੰ ਰਿਪਰੈਜ਼ੈਂਟ ਕਰਨ ਲਈ ਵੀ 2 ਬਾਈਟਸ ਔਰ 2 ਬਾਈਟਸ ਇੱਥੇ 2 ਤੇ 2 4 + 2 ਟੋਟਲ 6 ਬਾਈਟਸ ਮੇਰੇ ਕੋਲ ਐਲੋਕੇਟ ਹੋਣਗੇ। ਸਪੋਜ਼ ਉਹ 6 ਬਾਈਟ ਕਿਹੜੇ ਨੇ 110 ਤੋਂ ਲੈ ਕੇ 1116 ਤੱਕ, ਟੋਟਲ 6 ਬਾਈਟ ਮੈਨੂੰ ਐਲੋਕੇਟ ਹੋ ਗਏ। ਤਾਂ ਸਟਾਰਟਿੰਗ ਐਡਰੈਸ ਕੀ ਹੈ 110। ਇਹ ਜਿਹੜਾ ਸਟਾਰਟਿੰਗ ਐਡਰੈਸ ਹੋਏਗਾ that will be transferred to the variable new node using this assignment operator। तो assignment operator ने की करना है, जो भी new ने मेमोरी एलोकेट करके फर्स्ट एड्रेस नु ट्रांसफर करना है न्यू नोड दे अंदर। तो मेरे को एक वेरिएबल बन गया न्यू नोड जिहदे विच मेरे को एड्रेस पे 110। ओके, सो आ जिहड़ा फर्स्ट स्टेप है क्रिएट अ न्यू नोड, उस स्टेप दे लई जिहड़ी लाइन है वो आ वाली है। ਉਹਦੇ ਲਈ ਆਪਾਂ ਕੀ ਲਿਖਾਂਗੇ ट्री नोड स्टार न्यू नोड इज इक्वल टू न्यू ट्री नोड। तो ये लाइन लिखण तो बाद हुण उस तो बाद आपां करना की आपां चेक करांगे सब तो पहला रूट दी वैल्यू कि अपने कोल जो रूट है वो ओदी वैल्यू की है। सो रूट दी वैल्यू जे अपने कोल नल पॉइंटर है से रूट दे विच नल पॉइंटर है तां आपां की करना है। ठीक, सो आपां न्यू नोड क्रिएट कर ली। नैक्सट जो स्टैप सीगा सैट वैल्यू, वो सैट वैल्यू का मतलब की है कि न्यू नोड का जो वैल्यू पार्ट है वो डी नू इंसर्ट कर देना जी कि अपने को बाहरों आई सी। सो वैल्यू पार्ट नू असैस करने लिए आप एरो ऑपरेटर लगावांगे क्योंकि स्टार न्यू एक पॉइंटर है। तो पॉइंटर के थ्रू जो आप मैंबर वेरिएबल नू असैस करते हैं तो अपने को एरो ऑपरेटर लगता है। सो आप लिखांगे न्यू नोड एरो वैल्यू इज इक्वल टू डी। आ सेकंड स्टेप भी हो गया। उस तो बाद आपां की करना थर्ड स्टेप सेट द लेफ्ट एंड राइट पॉइंटर। हुण न्यू नोड दे लेफ्ट दी वैल्यू इक्वल टू न्यू नोड दे राइट दी वैल्यू इक्वल टू नल पॉइंटर, क्योंकि दोनों साइड दे आपां ने नल पॉइंटर फिट करना है। तो मैं आ लाइन लिख के आ सेकंड स्टेप सीगा वो भी मेरा हो गया कंप्लीट, थर्ड स्टेप। ओके, हुण फोर्थ स्टेप है कि रूट दा पॉइंटर सेट करना है। सब तो पहला रूट दा पॉइंटर सेट करन तो पहला आपां चेक करांगे कि रूट दी वैल्यू नल है कि नहीं है। जे रूट दी वैल्यू नल पॉइंटर है तो अपना काम की है रूट इज इक्वल टू न्यू नोड। सो इस लाइन दे नाल अपना जिहड़ा आ है सेट रूट पॉइंटर, ये वाला स्टेप भी अपने कोल इहदे नाल कंप्लीट हो गया। तो आई होप इत्थे तक एल्गोरिथम क्लियर है कि जे अपने कोल ट्री ऑलरेडी एग्जिस्ट नहीं कर रहा फिर आपां जे ट्री ऑलरेडी एग्जिस्ट नहीं कर रहा वो किवें पता लगेगा, आपां रूट दी वैल्यू चेक कर लांगे। तो जे अपने कोल रूट दी वैल्यू नल पॉइंटर है तो आपां की करना है जिहड़ा ये नवा एड्रैस अपने कोल हुणे हुणे आया न्यू नोड दे अंदर उस एड्रैस नूं आपां रूट दे अंदर ट्रांसफर कर देना है यूजिंग असाइनमेंट ऑपरेटर। तो इस तरह करके आपां अपना एल्गोरिथम सिंपल एल्गोरिथम के जदों एग्जिस्ट नहीं कर रहा फिर की करना है। ओके, हुण सैकेंड केस कि अपने कोल ट्री ऑलरेडी एग्जिस्टिंग है, ट्री ऑलरेडी एग्जिस्टिंग है तो फिर आपां की करांगे एल्स पार्ट, आ जिहड़ा एल्स पार्ट है। ठीक है, तो इनू आपां सब तो पहला इनू मैं सारा क्लीयर कर देना ते आपां हुण नवीं डायग्राम बनाने आ। सपोज मेरे कोल रूट दे विच ऑलरेडी वैल्यू पई है जो कि एक ट्री दे विच 15 है और इनू पॉइंट कर रहा है, लैफ्ट साइड ते नल है राइट साइड ते नल है। सपोज हुण मैं एंटर करना है मान लो मेरी वैल्यू जी आ गई, यूजर ने एंटर करती इत्थे डी दी वैल्यू वो आ गई लैस वाली कर लिया ना 10। हुण जे 10 इंसर्ट करना है तो मैं की करना पेगा, सब तो पहला स्टैप तो ही ने कि आपां एक नोड क्रिएट कर लांगे। सब तो पहला तो एक नोड क्रिएट करांगे, उहदे विच आपां 10 फिट कर दांगे, लैफ्ट साइड राइट साइड दोनों नल कर दांगे। तो आ जिहड़े 3 स्टैप ने नोड क्रिएट कीती, वैल्यू इंसर्ट की, लैफ्ट साइड राइट साइड नल करती, ये 3 स्टैप तो इदां ही रहने ने। हुण जिहड़ा नैक्सट है कि इनू अटैच कित्थे करना है, जिहड़ी एग्जिस्टिंग नोड है उहदी लैफ्ट साइड ते अटैच करना है कि राइट साइड ते अटैच करना है, उस चीज़ नू आपां नू फाइंड आउट करने वास्ते लॉजिक लगाना पएगा। और लॉजिक की है कि आपां 110 इहदा एड्रैस है 110, सपोज इहदा एड्रैस है 120।
ओके हुण आपां की करांगे एल्स पार्ट दे विच आपां मूव करना है तो एल्स पार्ट दे विच जदों आपां मूव करांगे तो आपां सब तो पहला मूवमेंट अपनी किवें चलेगी सब तो पहला एक ट्रैव वेरीएबल लवांगे क्योंकि आप रूट की वैल्यू ਨੂੰ चेंज नहीं कर सकते जे रूट की वैल्यू ਤੁਹਾਡੀ चेंज होगी तो आप सारे ट्री ਨੂੰ लॉस कर देंगे सारा डाटा ਜਿਹੜਾ अपना लॉस हो जाएगा तो रूट की वैल्यू ਨੂੰ कदे भी चेंज नहीं करना बल्कि ਇਹਦੀ ਥਾਂ ਤੇ ਆਪਾਂ ਇੱਕ ਨਵਾਂ ਵੇਰੀਏਬਲ ਰਵਾਂਗੇ ट्रैव ਜਿਹਨੂੰ ਆਪਾਂ ਸਟਾਰਟ ਕਰ ਲਾਂਗੇ रूट ਤੋਂ ਹੀ दैट मीन ट्रैव ਦੇ ਵਿੱਚ 110 ਆ ਗਿਆ ट्रैव ਵੀ ਇਹਨੂੰ ਪੁਆਇੰਟ ਕਰਨ ਲੱਗ ਗਿਆ ठीक ਹੁਣ ਇੱਥੋਂ ट्रैवर्सल ਨੂੰ ਆਪਾਂ ट्रैव ਨੂੰ मूव करते जाना है जब तक कि ਆਪਾਂ ਨੂੰ ਇੱਕ ਖਾਲੀ ਲੋਕੇਸ਼ਨ नहीं मिल जाती खाली लोकेशन मिलने का मतलब की है कि ट्रैव ਦੇ ਵਿੱਚ जब तक वैल्यू नल नहीं हो जाती तो वो ਆਪਾਂ कंडीशन लगा ली वाइल ट्रैव इज नॉट इक्वल टू नल तो आप की करांगे जब तक ट्रैव की वैल्यू नल नहीं होंगी आप ट्रैव की वैल्यू चेंज करते रहना है चेंज किवें करांगे जां तां आपां लैफ्ट साइड ते जावांगे जां आपां राइट साइड ते जावांगे हुण लैफ्ट साइड ते गए हैं जां राइट साइड ते गए हैं वो पता लगेगा आपां नूं वो कौन डिसाइड करेगा ਉਹਦੇ ਲਈ ਜੋ ਆਪਣਾ ਡਿਸਾਈਡਿੰਗ ਫੈਕਟਰ ਹੈ ਉਹ ਹੈ ਆਪਣੀ ਵੈਲਿਊ ਕਿ ਜੇ ਤਾਂ d ਦੀ ਵੈਲਿਊ ਟਰੈਵ ਦੀ ਵੈਲਿਊ ਤੋਂ ਵੱਧ ਹੈ ਟਰੈਵ ਜਿਹੜੀ ਨੋਡ ਨੂੰ ਪੁਆਇੰਟ ਕਰ ਰਿਹਾ ਹੈ ਉਹਦੀ ਜੋ ਵੈਲਿਊ ਹੈ ਜੇ ਉਹ d ਦੀ ਵੈਲਿਊ ਉਸ ਤੋਂ ਵੱਧ ਆਂਦੀ ਹੈ ਤਾਂ ਆਪਾਂ ਰਾਈਟ ਸਾਈਡ ਵੱਲ ਮੂਵ ਕਰਨਾ ਹੈ ਨਹੀਂ ਤਾਂ ਆਪਾਂ ਲੈਫਟ ਸਾਈਡ ਵੱਲ ਮੂਵ ਕਰਨਾ ਹੈ ਠੀਕ ਸੋ ਆਪਾਂ ਜਿਵੇਂ ਹੁਣ ਇੱਥੇ d ਦੀ ਵੈਲਿਊ ਹੈ 10 ਟਰੈਵ ਦੇ ਵਿੱਚ ਜਿਹੜੀ ਫਰਸਟ ਕੰਡੀਸ਼ਨ ਹੈ ਟਰੈਵ ਦੇ ਵਿੱਚ ਹੈ ਆਪਣੇ ਕੋਲ 110 ਔਰ d ਦੀ ਵੈਲਿਊ ਕੀ ਹੈ 110 ਦੀ ਜੋ ਵੈਲਿਊ ਹੈ that is 15 d is more than d ਦੀ ਵੈਲਿਊ 10 ਹੈ 10 is more than 15 ਕੰਡੀਸ਼ਨ ਫਾਲਸ ਹੈ ਤਾਂ ਇਹਦੇ ਐਲਸ ਪਾਰਟ ਦੇ ਵਿੱਚ ਆਪਾਂ ਮੂਵ ਕਰਾਂਗੇ ਹੁਣ ਦੇਖੀਏ ਵੀ ਐਲਸ ਪਾਰਟ ਦੇ ਵਿੱਚ ਆਪਾਂ ਕੀ ਲਿਖਿਆ ਹੋਇਆ ਐਲਸ ਪਾਰਟ ਦੇ ਵਿੱਚ ਸੋ ਇਹਨੂੰ ਮੈਂ एल्स पार्ट दे विच आ गया एल्स पार्ट दे विच लिखिया होया कि इफ एल्स पार्ट दे विच आपां ने लैफ्ट साइड वाल नू मूव करना है ठीक तो जे राइट साइड वाल नू मूव नहीं करते तो दूसरी ऑप्शन अपने को दो ही पाथ बचते हैं ਜਾਂ ਤਾਂ ਆਪਾਂ राइट साइड वाल जाना है ਜਾਂ ਆਪਾਂ ने लैफ्ट साइड वाल जाना है सो जे ਆਪਾਂ ਨੂੰ राइट साइड वाल मूवमेंट नहीं हो रही ਤਾਂ ਇਹਦਾ ਮਤਲਬ ਕੀ ਹੈ ਕਿ ਆਪਾਂ ਨੇ ਲੈਫਟ ਸਾਈਡ ਵੱਲ ਮੂਵ ਕਰਨਾ ਹੈ ਹੁਣ ਜਦੋਂ ਲੈਫਟ ਸਾਈਡ ਤੇ ਮੂਵ ਕੀਤਾ ਤਾਂ ਆਪਾਂ ਕੀ ਚੈੱਕ ਕਰਨਾ ਸਭ ਤੋਂ ਪਹਿਲਾਂ ਕਿ ਟਰੈਵ ਦੀ ਜਿਹੜੀ ਲੈਫਟ ਸਾਈਡ ਹੈ ਇਹ ਜਿਹੜਾ ਟਰੈਵ ਹੈ ਜਿਹੜਾ ਕਿ ਇਸ ਚੀਜ਼ ਨੂੰ ਪੁਆਇੰਟ ਕਰ ਰਿਹਾ ਹੈ ਟਰੈਵ ਦੀ ਜੇ ਲੈਫਟ ਸਾਈਡ इज नॉट इक्वल टू नल पॉइंटर ਇਹਦਾ ਮਤਲਬ ਕੀ ਹੈ ਕਿ ਇੱਥੇ ਕੋਈ ਨਾ ਕੋਈ ਵੈਲਿਊ ਪਈ ਹੈ that means ट्री ਦੀ ਲੈਫਟ ਸਾਈਡ ਤੇ ਕੋਈ ਨੋਡ ਆਲਰੇਡੀ ਲੱਗੀ ਹੋਈ ਹੈ ਜੇ ਤਾਂ ਆਲਰੇਡੀ ਲੱਗੀ ਹੋਈ ਹੈ ਤਾਂ ਆਪਾਂ ਲੈਫਟ ਸਾਈਡ ਵੱਲ ਉਹਨੂੰ ਮੂਵ ਕਰ ਦਿਆਂਗੇ ਪੁਆਇੰਟਰ ਨੂੰ ਹੁਣ ਇਹ ਕੰਡੀਸ਼ਨ ਵੀ ਆਪਣੀ ਫਾਲਸ ਹੈ ਕਿਉਂਕਿ ਇੱਥੇ ਆਲਰੇਡੀ ਨਲ ਪਿਆ ਸੋ ਟਰੈਵ ਲੈਫਟ ਇਜ਼ ਨਾਟ ਇਕੁਅਲ ਟੂ ਨਲ ਜਦੋਂ ਨਲ ਨਹੀਂ ਹੈਗਾ ਤਾਂ ਆਪਾਂ ਕੀ ਕਰਾਂਗੇ ਟਰੈਵ ਦੀ ਲੈਫਟ ਦੇ ਵਿੱਚ ਨਵੀਂ ਨੋਡ ਜਿੱਥੇ ਆਪਾਂ ਨੂੰ ਨਲ ਮਿਲ ਗਿਆ ਜਿੱਥੇ ਆਪਣੇ ਟਰੈਵ ਦੀ ਲੈਫਟ ਆਪਣੇ ਕੋਲ ਨਲ ਆ ਗਈ ਤਾਂ ਇਹਦਾ ਮਤਲਬ ਕੀ ਹੈ ਕਿ ਆ ਜਿਹੜਾ ਐਡਰੈਸ ਹੈਗਾ 120 ਇਹ ਇੱਥੇ ਫਿੱਟ ਹੋਣਾ ਚਾਹੀਦਾ ਸੀ ਹੈ ਨਾ ਸੋ ਆਪਾਂ ਇਸ ਕੰਮ ਨੂੰ ਕਰਨ ਲਈ ਕੀ ਕਰਾਂਗੇ ਕਿ ਟਰੈਵ ਦੀ ਲੈਫਟ ਇਜ਼ ਇਕੁਅਲ ਟੂ ਨਿਊ ਨੋਡ ਉਸ ਤੋਂ ਬਾਅਦ ਆਪਾਂ ਅੱਗੇ ਟਰੈਵਰਸਲ ਕਰਨ ਦੀ ਲੋੜ ਨਹੀਂ ਹੈ ਆਪਣਾ ਆ ਪੁਆਇੰਟਰ ਜਿਹੜਾ ਹੈ ਕ੍ਰੀਏਟ ਹੋ ਚੁੱਕਾ ਹੈ ਠੀਕ ਹੁਣ ਜਦੋਂ ਇਹ ਪੁਆਇੰਟਰ ਕ੍ਰੀਏਟ ਹੋ ਗਿਆ ਉਸ ਤੋਂ ਬਾਅਦ ਆਪਾਂ ਇਸ ਲੂਪ ਨੂੰ ਬ੍ਰੇਕ ਕਰ ਦੇਣਾ ਹੈ ਭਾਵੇਂ ਟਰੈਵ ਨਾਲ ਹੋਇਆ ਕਿ ਨਹੀਂ ਹੋਇਆ ਸੋ ਜਦੋਂ ਆਪਣਾ ਆ ਪੁਆਇੰਟਰ ਕ੍ਰੀਏਟ ਹੋ ਗਿਆ ਉਸ ਤੋਂ ਬਾਅਦ ਆਪਾਂ ਲੂਪ ਦੇ ਵਿੱਚ ਅੱਗੇ ਜਾਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਠੀਕ ਸੋ ਇਹ ਆਪਣੇ ਕੋਲ ਲੌਜਿਕ ਸੀ ਜਿਹੜਾ ਸਿੰਪਲ ਲੌਜਿਕ ਆਪਾਂ ਨੇ ਜਦੋਂ ਲੈਫਟ ਸਾਈਡ ਵੱਲ ਜਾਣਾ ਹੈ ਫਿਰ ਕੀ ਕਰਨਾ ਹੈ ਸਪੋਜ਼ ਹੁਣ ਆਪਾਂ ਇੱਕ ਹੋਰ ਵੈਲਿਊ ਇਨਸਰਟ ਕਰਕੇ ਦੇਖਦੇ ਹਾਂ ਫਿਰ ਕੀ ਹੁੰਦਾ ਹੈ ਸੋ ਸਪੋਜ਼ ਆਪਾਂ ਇਨਸਰਟ ਕਰਨਾ ਹੈ 10 ਦੀ ਥਾਂ ਤੇ ਆਪਾਂ ਇੱਥੇ ਹੁਣ 12 ਇਨਸਰਟ ਕਰਦੇ ਹਾਂ ਓਕੇ ਸੋ d ਦੀ ਵੈਲਿਊ ਆਪਣੇ ਕੋਲ 12 ਆ ਗਈ ਹੁਣ ਦੇਖੋ ਕਿਵੇਂ ਮੂਵਮੈਂਟ ਹੋਏਗੀ d ਦੀ ਵੈਲਿਊ ਆਪਣੇ ਕੋਲ 12 ਆ ਗਈ ਤਾਂ ਆਪਾਂ ਇੱਥੋਂ ਸਟਾਰਟ ਕਰਾਂਗੇ ਠੀਕ ਸੋ d ਦੀ ਵੈਲਿਊ 12 ਆ ਗਈ ਟਰੈਵ ਨੂੰ ਆਪਾਂ ਰੂਟ ਤੇ ਲਿਆਂਦਾ 110 ਦੇ ਉੱਪਰ ਉਸ ਤੋਂ ਬਾਅਦ if d is more than trav value condition false है 10 is not more than 15 ਤਾਂ ਆਪਾਂ else part ਦੇ ਵਿੱਚ move ਕਰਾਂਗੇ else part ਦੇ ਵਿੱਚ ਕੀ ਲਿਖਿਆ ਹੋਇਆ ਹੈ if trav left is not equal to null pointer trav left ਆਪਣੇ ਕੋਲ null pointer ਨਹੀਂ ਹੈਗਾ ਠੀਕ ਸੋ ਆਪਾਂ ਇੱਕ ਨੋਡ ਜਿਹੜੀ ਕਿ ਆਲਰੇਡੀ ਉੱਪਰ ਕ੍ਰੀਏਟ ਹੋਈ ਸੀ 10 ਆਪਾਂ ਹੁਣ ਕਰਨਾ 12 ਠੀਕ ਹੈ ਲੈਫਟ ਸਾਈਡ ਨਾਲ ਹੋ ਗਈ ਰਾਈਟ ਸਾਈਡ ਨਾਲ ਹੋ ਗਈ ਇੱਥੇ 120 ਪਿਆ ਹੋਇਆ ਆਲਰੇਡੀ ਓਕੇ ਹੁਣ ਆਪਾਂ ਟਰੈਵ ਦੇ ਲੈਫਟ ਪਾਰਟ ਨੂੰ ਚੈੱਕ ਕਰਨਾ ਹੈ
ਜਦੋਂ ਆਪਾਂ ਰਾਈਟ ਵਾਰਡ ਵੱਲ ਨਹੀਂ ਮੂਵ ਕੀਤੇ ਤਾਂ ਆਪਾਂ ਲੈਫਟ ਵੱਲ ਮੂਵ ਕਰਨਾ ਹੈ। ਤਾਂ ਲੈਫਟ ਵੱਲ ਮੂਵ ਕਰਨ ਤੋਂ ਪਹਿਲਾਂ ਆਪਾਂ ਚੈੱਕ ਕਰ ਲੈਣਾ ਕਿ ਇੱਥੇ ਨਲ ਤਾਂ ਨਹੀਂ ਪਿਆ, ਕਿਉਂਕਿ ਜੇ ਨਲ ਪਿਆ ਤਾਂ ਫਿਰ ਆਪਾਂ ਨੂੰ ਮੂਵ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਆਪਾਂ ਪਹਿਲਾਂ ਚੈੱਕ ਕਰਾਂਗੇ ਲੈਫਟ ਪਾਰਟ ਇਜ਼ ਨਾਟ ਇਕੁਅਲ ਟੂ ਨਲ ਪੁਆਇੰਟਰ। ਨਲ ਪੁਆਇੰਟਰ ਕੰਡੀਸ਼ਨ ਟਰੂ ਹੈ। ਕੰਡੀਸ਼ਨ ਟਰੂ ਹੋਣ ਨਾਲ ਕੀ ਹੋਏਗਾ, ਟਰੈਵ ਇਜ਼ ਇਕੁਅਲ ਟੂ ਟਰੈਵ ਲੈਫਟ। ਟਰੈਵ ਦੀ ਵੈਲਿਊ ਹੋਗੀ, ਟਰੈਵ ਲੈਫਟ ਕੀ ਹੈ 120, 110 ਨੂੰ ਓਵਰਰਾਈਟ ਕਰਕੇ ਆਪਾਂ ਇੱਥੇ ਲਿਖਤਾ ਹੁਣ 120। ਹੁਣ ਟਰੈਵ ਪੁਆਇੰਟ ਕਰ ਰਿਹਾ 120 ਨੂੰ। ਓਕੇ, ਫਿਰ ਵਾਪਸ ਐਲਸ ਪਾਰਟ ਦਾ ਚੱਲਣਾ ਨਹੀਂ, ਵਾਪਸ ਲੂਪ ਦੇ ਵਿੱਚ ਜਾਵਾਂਗੇ। ਵਾਈਲ ਟਰੈਵ ਇਜ਼ ਨਾਟ ਇਕੁਅਲ ਟੂ ਨਲ। ਟਰੈਵ ਦੀ ਵੈਲਿਊ ਹੱਲੇ ਨਲ ਨਹੀਂ ਹੋਈ, ਉੱਥੇ 120 ਪਿਆ, ਕੰਡੀਸ਼ਨ ਟਰੂ ਹੈ। ਕੰਡੀਸ਼ਨ ਟਰੂ ਹੈ ਤਾਂ ਆਪਾਂ ਕੀ ਚੈੱਕ ਕਰਨਾ, ਡੀ ਇਜ਼ ਮੋਰ ਦੈਨ ਟਰੈਵ ਵੈਲਿਊ। ਹੁਣ ਟਰੈਵ ਹੈ 120, ਟਰੈਵ ਹੈ अच्छा ट्रैव है 120 और 120 ਦੀ ਜੋ ਵੈਲਿਊ ਹੈ that is 10। तो ਇੱਥੇ ਵੈਲਿਊ ਆਪਣੇ ਕੋਲ 10 ਆ ਰਹੀ ਹੈ, d ਦੀ ਵੈਲਿਊ 12 ਹੈ। ਨਾਓ d is more than 10। ਹੁਣ d ਦੀ ਵੈਲਿਊ 10 ਤੋਂ ਵੱਧ ਹੈ। ਹੁਣ ਆਪਾਂ ਕਿਹੜੀ ਸਾਈਡ ਮੂਵ ਕਰਾਂਗੇ, ਕੰਡੀਸ਼ਨ ਜਿਹੜੀ ਆਪਣੀ ਟਰੂ ਹੋ ਗਈ ਤਾਂ ਆਪਾਂ ਰਾਈਟ ਸਾਈਡ ਵੱਲ ਨੂੰ ਮੂਵ ਕਰਨਾ ਹੈ। 10 ਤੋਂ 12 ਜਿਹੜਾ ਹੈ ਉਹ 10 ਤੋਂ ਵੱਡਾ ਹੈ, ਤਾਂ ਆਪਾਂ ਰਾਈਟ ਸਾਈਡ ਵੱਲ ਨੂੰ ਮੂਵ ਕਰਨਾ। ਜਦੋਂ ਰਾਈਟ ਸਾਈਡ ਵੱਲ ਨੂੰ ਮੂਵ ਕਰਾਂਗੇ ਆਪਾਂ ਪਹਿਲਾਂ ਚੈੱਕ ਕਰਾਂਗੇ ਕਿ ਰਾਈਟ ਸਾਈਡ ਵਾਲੇ ਪਾਸੇ ਕੋਈ ਨਲ ਪੁਆਇੰਟਰ ਤਾਂ ਨਹੀਂ ਪਿਆ। ਤਾਂ ਜਿਵੇਂ ਕਿ ਕੰਡੀਸ਼ਨ ਆਪਾਂ ਚੈੱਕ ਕੀਤੀ, ਇਫ ਟਰੈਵ ਰਾਈਟ ਇਜ਼ ਨਾਟ ਇਕੁਅਲ ਟੂ ਨਲ ਪੁਆਇੰਟਰ। ਜੇ ਨਲ ਪੁਆਇੰਟਰ ਨਹੀਂ ਹੈ ਤਾਂ ਆਪਾਂ ਅੱਗੇ ਰਾਈਟ ਵੱਲ ਨੂੰ ਜਾਣਾ ਹੈ। ਬਟ ਜੇ ਨਲ ਪੁਆਇੰਟਰ ਪਿਆ ਹੈ ਇੱਥੇ ਆਲਰੇਡੀ ਨਲ ਹੈ, ਦੈਟ ਮੀਨਸ ਆਪਾਂ ਨੂੰ ਲੋਕੇਸ਼ਨ ਫਾਈਂਡ ਆਊਟ ਹੋ ਗਈ ਹੈ। ਹੁਣ ਆਪਾਂ ਨੇ ਜਸਟ ਇੰਸਰਸ਼ਨ ਹੀ ਕਰਨੀ ਹੈ। ਇੰਸਰਸ਼ਨ ਕਰਨ ਦਾ ਮਤਲਬ ਕੀ ਹੈ ਕਿ ਇਸ ਜਗ੍ਹਾ ਤੇ ਇਸ ਨੋਡ ਦਾ ਐਡਰੈਸ ਜਿਹੜਾ ਹੈ ਉਹ ਫਿਟ ਹੋ ਜੇ। ਇਸ ਨੋਡ ਦਾ ਐਡਰੈਸ ਪਿਆ ਆਪਣੇ ਕੋਲ ਨਿਊ ਪੁਆਇੰਟਰ ਦੇ ਵਿੱਚ, ਠੀਕ ਹੈ, ਨਿਊ ਨੋਡ ਦੇ ਵਿੱਚ, ਨਿਊ ਨੋਡ ਦੇ ਵਿੱਚ, ਔਰ ਉਹਨੂੰ ਆਪਾਂ ਟ੍ਰਾਂਸਫਰ ਕਰਨਾ ਹੈ ਟਰੈਵ ਦੀ ਰਾਈਟ ਵਾਲੇ ਪਾਸੇ। ਦੈਟ ਮੀਨਸ ਇੱਥੇ ਆਪਾਂ ਨੇ ਲਿਖਤਾ 130। ਜਦੋਂ ਇੱਥੇ 130 ਲਿਖਤਾ ਤਾਂ ਆਹ ਲਿੰਕ ਕ੍ਰੀਏਟ ਹੋ ਗਿਆ। ਉਸ ਤੋਂ ਬਾਅਦ ਆਪਾਂ ਨੂੰ ਅੱਗੇ ਟਰੈਵਰਸਿੰਗ ਕਰਨ ਦੀ ਲੋੜ ਨਹੀਂ ਆ, ਆਪਾਂ ਲੂਪ ਨੂੰ ਬ੍ਰੇਕ ਕਰ ਦਿਆਂਗੇ। ਠੀਕ, ਸੋ ਹਰ ਸਟੈਪ ਦੇ ਵਿੱਚ ਆਪਣੇ ਕੋਲ, ਜੇ ਇਹਨੂੰ ਹੁਣ ਸਮਰਾਈਜ਼ ਕਰੀਏ ਤਾਂ ਆਪਣੇ ਕੋਲ ਜੋ ਐਲਗੋਰਿਦਮ ਬਣ ਰਿਹਾ ਉਹ ਕੀ ਚੀਜ਼ ਹੈ ਹਰ ਸਟੈਪ ਦੇ ਵਿੱਚ, ਸਟਾਰਟ ਫਰੋਮ ट्रैव, स्टार्ट फ्रॉम ट्रैव इज इक्वल टू रूट, है ना। फिर आप की कीता वाइल ट्रैव इज नॉट इक्वल टू नल। जब तक ट्रैव की वैल्यू नल नहीं होंगी की करना आपने, डी दी वैल्यू के हिसाब नाल आपां डिसाइड करना है कि आपने मूव किधर नूं करना है। इफ डी इज मोर दैन ट्रैव वैल्यू, ट्रैव की वैल्यू तो वध है, फिर की करना है, फिर आप करांगे चेक इफ ट्रैव राइट, इफ राइट पॉइंटर एग्जिस्ट, इफ एग्जिस्ट देन मूव टू राइट साइड, एल्स जे नहीं हैगा देन सेट राइट पॉइंटर टू राइट पॉइंटर, सेट की अपा न्यू नोड एड्रेस टू राइट पॉइंटर। बस आही स्टेप ने अपने कि आपां चेक करना है डी के हिसाब नाल। आपां पहला तो यह चेक करना है कि आपां मूव किधर नूं करना है, लैफ्ट साइड के राइट साइड। हुण जे जिधर नूं भी मूव करना है दोनों पासे एक ही काम है। की काम है, जे तां इस लैफ्ट साइड जां राइट साइड दे विच नल पॉइंटर है तां न्यू नोड नूं उत्थे आपां ने फिट कर देना है। जे नल पॉइंटर नहीं है तां आपां ट्रैव दी वैल्यू नूं अपडेट कर देना जां तां राइट साइड वाल जां लैफ्ट साइड वाल, डिपेंडिंग अपॉन द वैल्यू ऑफ डिपेंडिंग अपॉन दिस कंडीशन। ठीक है, सो जे डी की वैल्यू वध है तो आपां उहनूं राइट साइड वाल मूव करांगे, जे डी की वैल्यू घट है तो आपां उहनूं लैफ्ट साइड वाल मूव करांगे। सो दैट इज ऑल अबाउट द इंसर्शन एल्गोरिदम। कोई चीज ਇਹਦੇ ਵਿੱਚ ਨਾ ਪਤਾ ਲੱਗੀ ਹੋਵੇ ਤਾਂ ਮੈਨੂੰ ਦੁਬਾਰਾ ਪੁੱਛ ਲਓ, ਆਪਾਂ ਦੁਬਾਰਾ ਡਿਸਕਸ ਕਰ ਲੈਂਦੇ ਆ। ਸੋ ਐਲਸ ਪਾਰਟ ਜਾਂ ਲੈਫਟ ਸਾਈਡ ਵਾਲੀ ਸਾਈਡ ਜਾਂ ਰਾਈਟ ਸਾਈਡ ਵਾਲੀ ਐਲ ਜੋ ਕੁਝ ਵੀ ਹੈ ਉੱਥੇ ਲਾਸਟ ਦੇ ਵਿੱਚ ਆਪਾਂ ਨੇ ਬ੍ਰੇਕ ਜ਼ਰੂਰ ਲਗਾਣੀ ਹੈ ਤਾਂ ਕਿ ਆਪਣੀ ਲੂਪ ਜਿਹੜੀ ਹੈ ਫਰਦਰ ਮੂਵ ਨਾ ਹੋਵੇ। ਠੀਕ, ਲੂਪ ਨੂੰ ਫਰਦਰ ਮੂਵ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸੋ ਆਪਾਂ ਇੱਥੇ ਬ੍ਰੇਕ ਲਗਾ ਦੇਾਂਗੇ दोनों ही केसेस दे विच। So that is all about deleting अपना insertion and
इंसर्शन अ नोड। तो जो भी ਆਪਾਂ ਨੋਡ ਕ੍ਰੀਏਟ ਕਰਨੀ ਹੈ, ਸਭ ਤੋਂ ਪਹਿਲਾਂ ਨੋਡ ਇਨਸਰਟ ਕਰਨੀ ਹੈ, ਸਭ ਤੋਂ ਪਹਿਲਾਂ ਆਪਾਂ ਨੋਡ ਨੂੰ ਕ੍ਰੀਏਟ ਕਰਾਂਗੇ। ਨੋਡ ਨੂੰ ਕ੍ਰੀਏਟ ਕਰਨ ਦਾ ਤਰੀਕਾ ਨਿਊ ਨੋਡ ਵਾਲੇ ਲਾਈਨ ਦੇ ਨਾਲ ਹੋਏਗਾ। ਦੈਨ ਉਸ ਤੋਂ ਬਾਅਦ ਆਪਾਂ ਵੈਲਿਊ ਇਨਸਰਟ ਕਰਾਂਗੇ, ਲੈਫਟ ਔਰ ਰਾਈਟ ਸਾਈਡ ਦੋਨਾਂ ਨੂੰ ਨਲ ਕਰ ਦਿਆਂਗੇ। ਫਿਰ ਆਪਾਂ ਸਿਰਫ ਇਹੀ ਚੈੱਕ ਕਰਨਾ ਹੈ ਕਿ ਉਹਨੂੰ ਇਨਸਰਟ ਕਿਹੜੀ ਪੋਜੀਸ਼ਨ ਤੇ ਕਰਨਾ ਹੈ, ਪੋਜੀਸ਼ਨ ਫਾइंड आउट करनी है। तो ਪੋਜੀਸ਼ਨ ਫਾइंड आउट ਕਰਨ ਲਈ ਸਭ ਤੋਂ ਪਹਿਲਾਂ ਆਪਾਂ ਰੂਟ ਨੂੰ ਚੈੱਕ ਕਰਾਂਗੇ। ਜੇ ਰੂਟ ਨਲ ਹੈ ਤਾਂ ਰੂਟ ਦੇ ਵਿੱਚ ਨਵੀਂ ਨੋਡ ਪਾ ਦੇਾਂਗੇ, नहीं तो जे रूट नाल नहीं हैगा तो आप ट्रैवर्सल स्टार्ट कर लांगे डिपेंडिंग अपॉन द वैल्यू जी कि आप इंसर्ट करनी है। आप लैफ्ट साइड वाल ट्रैवर्स करांगे या राइट साइड वाल ट्रैवर्स करांगे। ट्रैवर्स करते हुए दोनों पासे आपने की चेक करना है, आपने चेक करना है कि नल पॉइंटर कित्थे आ रहा है। जब तक जे तो नल पॉइंटर नहीं हैगा तो आप पॉइंटर नूं अगे मूव कर देंगे। जे नल पॉइंटर आ गया तो आप उस जगह ते न्यू नोड नूं इंसर्ट कर देंगे। बस आही स्टैप करने ने। ठीक है, दैट इज अबाउट इंसर्शन एल्गोरिथम। हुण जे तुहानूं कोई चीज़ इहदे चों ना क्लीयर होई होवे तो मैनूं दस दिओ, दोबारा आपां दोबारा डिस्कस कर लैंदे आ। एनी डाउट फ्रॉम दिस? तो इस लॉजिक दे विच अपने कोल डुप्लीकेट नूं रिमूव करन दा लॉजिक नहीं लग्या। फॉर एग्जांपल जे ऑलरेडी अपने कोल वैल्यूज पईयां ने, फॉर एग्जांपल 15 आपां इधर इंसर्ट किया, 10 इधर इंसर्ट किया, 12 इधर इंसर्ट किया, उस तो बाद दोबारा 10 आ गया, दोबारा 10 आ गया तो किधरले पासे इंसर्ट होएगा? तो इस लॉजिक दे विच, इस लॉजिक दे हिसाब नाल 10 15 तो घट है, 10 तो वध नहीं हैगा। ठीक है, अपनी कंडीशन की चेक कर रहे हैं आप कि डी दी वैल्यू ट्रैवर्स दी नोड दी वैल्यू तो वध है। तो पहली कंडीशन 10 15 तो वध है, फाल्स हो गया। दूसरी कंडीशन 10 10 तो वध है, ये भी फाल्स हो गया। जो ये फाल्स हो गया तो 10 केड़े पासे हो जाएगा इंसर्ट? वो इत्थे इंसर्ट हो जाएगा। तो दैट मीनस इस एल्गोरिदम दे विच डुप्लीकेट नोड नूं चेक करन दा कोई तरीका नहीं है। तो इस दे नाल तुहाडे ट्री दे विच डुप्लीकेट नोड्स इंसर्ट होणगियां। ठीक, वो लॉजिक कि डुप्लीकेट नोड्स इंसर्ट ना होण, और लॉजिक तुसीं खुद लगाना है। यू हैव टू एक्सटेंड द लॉजिक फॉर रिपोर्टिंग द डुप्लीकेट वैल्यूज। कि जे एग्जिस्टिंग वैल्यूज दोबारा इंसर्ट करने की कोशिश कर रहे हैं तो मैसेज आ जाए कि वैल्यू ऑलरेडी एग्जिस्ट, तो वो जी नवी वैल्यू है वो इंसर्ट ना हो। ठीक, सो ये लॉजिक तुसीं खुद अपने लैवल ते इहदा हुण ट्राई कर लियो कि किवें इंप्लीमेंट होएगा। ओके, सो दैट इज द लॉजिक ऑफ इंसर्शन। इस तो बाद जिहड़ा अपना करना है दैट इज ट्रैवर्सल एल्गोरिथम। एक बारी ये सारा इंसर्शन का लॉजिक मैं तुहानूं एक्सप्लेन करता होया। उस तो बाद आपां इस नूं यूज किवें करना है? यूज करन लई आपां नूं मेन मैथड बनाना पएगा। मेन मैथड दे विच आपां एक ऑब्जेक्ट क्रिएट करांगे जिहड़ा बाइनरी ट्री। ये जो ऑब्जेक्ट क्रिएट होया बाय डिफॉल्ट ट्री दा जो अपने कोल रूट है वो अपने आप नल हो जाएगा ड्यू टू कंस्ट्रक्टर। उस तो बाद नोड इंसर्ट करने ने, आपां इंसर्ट नोड नूं कॉल करी चलांगे। पहला आपां 5 इंसर्ट करता, फिर आपां 8 इंसर्ट करता, फिर 3 इंसर्ट करता, 12 इंसर्ट करता, 9 इंसर्ट करता, फाइनली सारियां नोड्स इंसर्ट हो गई। हुण ये नोड इंसर्ट हो गया तो इन्हां नूं देखिए किवें, डिस्प्ले किवें कराइए? डिस्प्ले करन लई आपां नूं सारे ट्री नूं ट्रैवर्स करना पएगा। तो ट्रैवर्सल वास्ते आपां नूं ट्रैवर्सल एल्गोरिथम समझने पैणगे। ठीक है, सो अपने कोल ट्रैवर्सल जो एल्गोरिथम है, टू ट्रैवर्स अ ट्री मीन्स टू वॉक ईच एंड एवरी नोड, टू वॉक द ट्री, that means to visit each node in the binary tree exactly once। घट्टो घट एक बार हर नोड दे उत्ते पहुंच के ओदी वैल्यू नूं प्रिंट कराया जाएगा। तो ट्री ट्रैवर्सल आर रिकर्सिव इन नेचर सिंस बाइनरी ट्री हैज 3 पार्ट। 3 पार्ट हुंदे ने, एक लेफ्ट साइड, एक राइट साइड ते एक रूट आप। सो अपने कोल 3 हिस्से ने, एक लेफ्ट साइड, एक राइट साइड ते अपनी, ठीक है, वैल्यू लेफ्ट साइड, राइट साइड एंड वैल्यू। तो अकॉर्डिंगली अपने कोल 6 पॉसिबल वेज बनते हैं ट्री नूं ट्रैवर्स करन दे। ठीक, तो जिहड़ा पहला वे है कि आपां सब तो पहला रूट वाले रूट नूं प्रिंट करा दईए, फिर आपां लेफ्ट साइड वाले पासे नूं प्रिंट कराइए, ते फिर आपां राइट साइड वाले नूं प्रिंट कराइए। ठीक, तो दूसरा तरीका की है कि पहला लेफ्ट साइड दी सारियां वैल्यूज प्रिंट करा दईए, फिर रूट दी वैल्यू प्रिंट कराइए, फिर राइट साइड दी सारियां वैल्यूज प्रिंट करा दईए।
तीसरा तरीका की है कि आप लैफ्ट साइड दियां फिर राइट साइड दियां फिर रूट साइड दियां, ठीक है। इनू आपां कहने आ प्री ऑर्डर, इसनू आपां कहने आ प्री ऑर्डर ट्रैवर्सल। ये है अपनी इन ऑर्डर ट्रैवर्सल ते ये है अपनी पोस्ट ऑर्डर ट्रैवर्सल, ठीक। सो दिस इज 3 काइंड ऑफ ट्रैवर्सल। प्री ऑर्डर का मतलब की है कि सब तो पहला आपां वैल्यू रूट की वैल्यू नू प्रिंट करावांगे, फिर आपां लैफ्ट साइड वाले पासे चेक करांगे, फिर राइट साइड वालियां ट्रीज जिहड़े ने उन्हां दी वैल्यूज नू प्रिंट करावांगे। इन ऑर्डर का मतलब की है, इन दा मतलब की होगा सेंटर। तो आपां पहला लैफ्ट साइड वाले पासे नू करावांगे, फिर आपां सेंटर दे विच रूट नू लेके आवांगे, फिर आपां राइट साइड वाली नोड जिहड़ी है उन्हां नू प्रिंट करावांगे। इसी तरह पोस्ट ऑर्डर का मतलब की है कि जिहड़ी वैल्यू रूट दी है वो सब तो बाद विच, पोस्ट का मतलब की होगा लास्ट विच। पोस्ट मीन के पहला लैफ्ट साइड वाल फिर राइट साइड वाला सब ट्री, लास्ट दे विच आपां रूट नू प्रिंट करावांगे। अकॉर्डिंगली इन्हां दे नाम ने प्री ऑर्डर, इन ऑर्डर ते पोस्ट ऑर्डर। ਜਿਹੜੀਆਂ ਬਾਕੀ ਦੀਆਂ 6 ਹੈਗੇ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਰਿਵਰਸਲ ਹੀ ਹੈ, रूट राइट लैफ्ट। इत्थे लैफ्ट राइट सीगा तो इत्थे राइट पहला फिर लैफ्ट दे विच, इहनूं आपां रिवर्स प्री ऑर्डर कहने हैं। इट इज रिवर्स प्री ऑर्डर, दिस इज रिवर्स इन ऑर्डर एंड दिस इज रिवर्स पोस्ट ऑर्डर, ठीक है। आपां ने की चेंज किया, सिर्फ अपोजिशना, रूट उत्थे ही रहना है, ठीक है। रूट उत्थे ही रहना है, इत्थे भी रूट पहला है, इत्थे रूट सेंटर च है तो इत्थे भी सेंटर दे विच है, इत्थे रूट लास्ट दे विच है तो इत्थे भी रूट लास्ट दे विच है। चेंज होना जिहड़ा लैफ्ट और राइट नू ट्रैवर्स करन दा तरीका, जे पहला लैफ्ट कर रहे हैं फिर राइट कर रहे हैं, इत्थे आपां पहला राइट कर रहे हैं फिर लैफ्ट कर रहे हैं। इसी तरह पहलों लैफ्ट साइड फिर राइट साइड, इधरले पासे पहलों राइट साइड फिर लैफ्ट साइड। इसी तरह लैफ्ट राइट है तो इधर अपने को राइट एंड लैफ्ट है। तो अकॉर्डिंगली अपने को 6 कॉम्बीनेशन बनते हैं, 6 पॉसिबल वेज ने किसी भी रूट नू किसी भी ट्री नू ट्रैवर्स करन दे। तो इन ऑर्डर, प्री ऑर्डर, पोस्ट ऑर्डर जेडे के मोस्ट वाइडली यूज्ड हैगे ने, इन ऑर्डर, प्री ऑर्डर, पोस्ट ऑर्डर। ये आपां बहुत घट यूज करते हैं, इनफैक्ट यूज ही नहीं होंगे। सो बट फिर भी तुहानू इन्फॉर्मेशन इन्हां बारे होनी चाहिए है कि ये भी पॉसिबिलिटीज अपने कोल हैगियां ने जिन्हां दे नाल आपां किसी ट्री नू ट्रैवर्स कर सकते हैं। ओके, दैन इन ऑर्डर दे विच जिहड़ा ट्रैवर्सल है वो मैं तुहानू एक्सप्लेन कर दिना। बाकी दे ट्रैवर्सल भी इन द सिमिलर वे तुसीं क्रिएट कर सकते हो। इन ऑर्डर ट्रैवर्सल करने लिए आपां नू एक रूट नोड चाहिए है। रूट नोड तो आपां स्टार्ट करांगे, तो इत्थे जिहड़ा इहनूं एड्रैस पास करना है वो रूट नोड का एड्रैस पास करना है। जब तक रूट नोड दे विच जां जिहड़ी भी नोड इत्थे वैल्यू आ रही है उहदे विच कोई ना कोई एड्रैस है, जब तक ये नल नहीं हुंदा तब तक आपां 3 स्टैप करने ने। जदों इन ऑर्डर की गल सीगी, इन ऑर्डर दे विच सीगा अपने कोल लैफ्ट, रूट एंड राइट, ये 3 स्टैप ने। सब तो पहला लैफ्ट साइड, तो आपां इसे मैथड नू, ये रिकर्सिव एल्गोरिथम है, इसे मैथड नू कॉल करना है रूट दी लैफ्ट साइड दे नाल। फिर इसे मैथड दे आपां एक सी आउट मैथड लगाना है रूट दी वैल्यू नू प्रिंट करने लई, दैट इज रूट लैफ्ट, रूट, राइट। तो जिथे आर आ गया उहदी थां ते आपां सी आउट लिखना है, जिथे लैफ्ट आ गया उहदी थां ते आपां अपने इसे मैथड नू कॉल करना है विद लैफ्ट साइड का जिहड़ा पॉइंटर है वो पास करके, ते जिथे राइट आ गया तां भी अगेन इसे मैथड नू कॉल करना है विद एड्रैस किहड़ा पास करना है, राइट साइड वाला। तो ये 3 स्टैप ने, इन्हां 3 स्टैप्स की रीऑर्डरिंग ही होनी है। जो आपां इन ऑर्डर की थां ते प्री ऑर्डर कॉल करना है, जो आपां प्री ऑर्डर मैथड बनाना है तो आपां की करांगे, आपां डिस्प्ले प्री ऑर्डर। पहला प्री ऑर्डर का मतलब की है कि पहला रूट फिर लैफ्ट फिर राइट, ठीक है। सो पहला रूट, दैट मीन जी सी आउट वाली लाइन है वो पहले नंबर से आ जाएगी, आ वाली लाइन जी है सैकेंड नंबर से चले जाएगी, राइट वाले ने उत्थे ही रह जाना है, ठीक। तो इस तरह करके जिहड़ा आ सीक्वेंस है, इस सीक्वेंस नू याद रखना है तुसीं। जे एल आर आर है तो जिथे रूट है उस जगह ते आपां ने सी आउट लिखना है। जिवें रूट इत्थे सैकेंड नंबर ते सीगा तो सैकेंड लाइन मेरी सी आउट वाली स्टेटमेंट आएगी। फर्स्ट लाइन मैं लैफ्ट साइड नू इसे मैथड नू कॉल करना है विद लैफ्ट पॉइंटर, लास्ट लाइन इसे मैथड नू कॉल करना है विद राइट पॉइंटर। तो जिथे मेरे को रूट है उस जगह ते मैं जो मैं पोस्ट ऑर्डर दे विच प्रिंट कराना, दैट मीनस लैफ्ट, राइट ते रूट। तो मेरी सी आउट वाली जी लाइन है वो लास्ट दे विच आएगी, पहला लैफ्ट वाली आएगी, फिर डिस्प्ले राइट वाली आएगी, फिर आपां सी आउट वाली लाइन लास्ट दे विच लिखांगे।
तो आई होप ये क्लीयर हो गया है की लॉजिक है इस मैथड का। तो ਆਪਾਂ ਨੇ ਇਹਨਾਂ ਤਿੰਨ ਚੀਜ਼ਾਂ ਨੂੰ ਇਸੇ ਤਰ੍ਹਾਂ ਤੁਸੀਂ ਆ ਵੀ ਇਹਨਾਂ ਦੇ ਵੀ ਕ੍ਰੀਏਟ ਕਰ ਸਕਦੇ ਹੋ ਰੂਟ ਰਾਈਟ ਲੈਫਟ। ਇਹਦਾ ਮਤਲਬ ਕੀ ਹੋ ਗਿਆ ਕਿ ਪਹਿਲਾਂ ਸੀ ਆਊਟ, ਫਿਰ ਆਪਣੇ ਆਪ ਨੂੰ ਕਾਲ ਕਰਨਾ ਹੈ, ਸੈਲਫ ਨੂੰ ਕਾਲ ਕਰਨਾ ਹੈ ਯੂਜ਼ਿੰਗ ਰਾਈਟ ਪੁਆਇੰਟਰ, ਫਿਰ ਸੈਲਫ ਨੂੰ ਕਾਲ ਕਰਨਾ ਹੈ ਯੂਜ਼ਿੰਗ ਲੈਫਟ ਪੁਆਇੰਟਰ। तो ਇਸੇ ਤਰ੍ਹਾਂ ਤੁਸੀਂ ਬਾਕੀ ਸਾਰੇ 6 ਦੇ 6 ਐਲਗੋਰਿਦਮ ਕ੍ਰੀਏਟ ਕਰ ਸਕਦੇ ਹੋ। ਲੌਜਿਕ ਇਹੀ ਰਹੇਗਾ ਉਹਨਾਂ ਸਾਰਿਆਂ ਦਾ ਕਿ ਆਪਾਂ ਚੈੱਕ ਕੀ ਕਰਨਾ ਹੈ ਕਿ ਜਦ ਤੱਕ ਨਲ ਵੈਲਿਊ ਪਾਸ ਨਹੀਂ ਹੁੰਦੀ, ਇੱਥੇ ਜਦੋਂ ਨਲ ਪੁਆਇੰਟਰ ਹੋਏਗਾ ਤਾਂ ਇਹਨਾਂ ਦੇ ਵਿੱਚੋਂ ਕੁਝ ਵੀ ਕਾਲ ਨਹੀਂ ਹੋਏਗਾ। ਠੀਕ ਹੈ, ਜੇ ਨਲ ਪੁਆਇੰਟਰ ਨਹੀਂ ਹੋਏਗਾ ਤਾਂ ਇੱਥੇ ਆ ਸਾਰੀਆਂ ਵੈਲਿਊ ਆ ਤਿੰਨੋਂ ਸਟੇਟਮੈਂਟਸ ਆਪਣੇ ਆਪ ਨੂੰ ਤਿੰਨੋਂ ਸਟੇਟਮੈਂਟਸ ਐਗਜ਼ੀਕਿਊਟ ਹੋਣਗੀਆਂ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਕਾਲ ਕਰੇਗਾ। ਸੋ ਇਹ ਰਿਕਰਸਿਵ ਮੈਥਡ ਹੈ ਕਿਸੇ ਵੀ ਟਰੀ ਨੂੰ ਇਨ ਆਰਡਰ, ਪ੍ਰੀ ਆਰਡਰ ਜਾਂ ਪੋਸਟ ਆਰਡਰ ਦੇ ਵਿੱਚ ਡਿਸਪਲੇ ਕਰਨ ਵਾਸਤੇ। ਤੇ ਇਹੀ ਮੈਥਡ ਹੁਣ ਮੈਂ ਤੁਹਾਨੂੰ ਇੱਥੇ ਕੋਡ ਦੇ ਵਿੱਚ ਸ਼ੋ ਕਰ ਦਿੰਦਾ। ਕੋਡ ਦੇ ਵਿੱਚ ਵੀ ਆਪਾਂ ਇਸੇ ਨੂੰ यूज किया। ठीक है, तो प्रिंट प्री ऑर्डर हाँ मैं अपना ठीक प्रिंट इन ऑर्डर हाँ आ गया। इन ऑर्डर ਨੂੰ ਆਪਾਂ प्रिंट करना है। ओके, सो इन ऑर्डर प्रिंट इन ऑर्डर नाम ਦਾ ਇੱਕ ਮੈਂ ਮੈਥਡ ਬਣਾ ਲਿਆ। ਇਹਨੂੰ ਆਪਾਂ ਕਾਲ ਕਰਾਂਗੇ ਜਿਹੜਾ ਕਿ ਇਨ ਆਰਡਰ ਨੂੰ फर्दर अगे कॉल करेगा। इन ऑर्डर मैथड ਜਿਹੜਾ ਹੈ ਇਹ ਮੇਰਾ ਰਿਕਰਸਿਵ ਮੈਥਡ ਹੈ। तो मैं इन ऑर्डर ਨੂੰ ਕਾਲ ਕੀਤਾ, ਇਹਦੇ ਵਿੱਚ रूट वैल्यू पास करती। ਹੁਣ रूट वैल्यू ਇਹ ਮੈਥਡ ਦੇ ਥਰੂ ਤਾਂ ਆਪਾਂ ਅਸੈਸ ਕਰ ਸਕਦੇ ਹਾਂ, ਬਟ ਬਾਹਰਲੇ ਮੇਨ ਮੈਥਡ ਤੋਂ ਡਾਇਰੈਕਟ रूट ਨੂੰ ਅਸੈਸ ਨਹੀਂ ਕਰ ਸਕਦੇ ਕਿਉਂਕਿ रूट ਵੇਰੀਏਬਲ ਆਪਾਂ ਪ੍ਰਾਈਵੇਟ ਰੱਖਿਆ ਹੋਇਆ ਹੈ। तो ਮੇਨ ਮੈਥਡ ਚੋਂ ਮੈਂ ਪ੍ਰਿੰਟ ਆਰਡਰ ਨੂੰ ਕਾਲ ਕਰਾਂਗਾ। ਪ੍ਰਿੰਟ ਆਰਡਰ ਅੱਗੇ ਇਨ ਆਰਡਰ ਨੂੰ ਕਾਲ ਕਰੇਗਾ, ਉਹਨੂੰ रूट ਵੇਰੀਏਬਲ ਪਾਸ ਕਰ ਦੇਗਾ। तो इन ऑर्डर ਦੇ ਵਿੱਚ मैं एक टैंपरेरी वेरिएबल पास किया होया तो रूट जो है अपना रूट तो वैल्यू इत्थे ट्रांसफर हो जाएगी टैंप दे विच। तो टैंप नूं आपां चेक कर लेना है सब तो पहला, ते आपां इन ऑर्डर नूं कॉल करना है क्योंकि इन ऑर्डर का मतलब की है, इन ऑर्डर का मतलब की है कि पहला आपां लैफ्ट साइड, फिर आपां वैल्यू प्रिंट करावांगे, फिर आपां राइट साइड। ठीक है, तो टैंप दी लैफ्ट पास करती इन ऑर्डर नूं, फिर ਆਪਾਂ ਟੈਂਪ ਦੀ ਵੈਲਿਊ ਨੂੰ ਪ੍ਰਿੰਟ ਕਰਾਤਾ, ਫਿਰ ਆਪਾਂ ਟੈਂਪ ਦੀ ਰਾਈਟ ਸਾਈਡ ਕਾਲ ਕਰ ਲਈ। तो यही मैथड ਤੁਸੀਂ ਇਹ ਇਨ ਆਰਡਰ ਦਾ ਬਣਿਆ ਹੈ। ਇਸੇ ਤਰ੍ਹਾਂ ਤੁਸੀਂ ਪ੍ਰੀ ਆਰਡਰ, ਇੱਥੇ ਮੈਂ ਕੋਡਸ ਨਹੀਂ ਲਿਖੇ ਹੋਏ, ਤੁਸੀਂ ਇਹਨੂੰ ਐਕਸਟੈਂਡ ਕਰ ਲਿਓ। ਪ੍ਰੀ ਆਰਡਰ ਦੇ ਕੋਡ ਖਾਲੀ ਹੈ। ਇਸੇ ਤਰ੍ਹਾਂ ਪੋਸਟ ਆਰਡਰ, ਠੀਕ ਹੈ, ਪੋਸਟ ਆਰਡਰ ਦੇ ਕੋਡ ਵੀ ਆਪਣੇ ਕੋਲ ਫਿਲਹਾਲ ਐਮਪਟੀ ਹੈ, ਮੈਂ ਕੁਝ ਨਹੀਂ ਇੱਥੇ ਲਿਖਿਆ। ਮੈਂ ਸਿਰਫ ਇਨ ਆਰਡਰ ਟਰੀ ਦੇ ਕੋਡ ਜਿਹੜੇ ਆ ਉਹ ਲਿਖੇ ਆ। ਪ੍ਰੀ ਆਰਡਰ ਪੋਸਟ ਆਰਡਰ ਦੇ ਵਿੱਚ ਜੇ ਆਪਾਂ ਕਰਨਾ ਹੋਵੇ ਤਾਂ ਮੈਂ ਇਸੇ ਨੂੰ ਹੀ ਇੱਥੋਂ ਕਾਪੀ ਕਰ ਲੈਂਦੇ ਆ। ठीक है, इत्थे ही कॉपी करके प्री ऑर्डर दे विच मैं इत्थे पेस्ट करता। ठीक है, कंडीशन की आ गई इफ टैंप, तां आपां ने किनू कॉल करना है प्री ऑर्डर का मतलब की है कि पहला आपां वैल्यू नू प्रिंट करावांगे। दैट मीन आ लाइन मैं इत्थों कट के पहले नंबर ते कर देंगा, फिर आपां लैफ्ट साइड वाल नू कॉल करना है, प्री ऑर्डर नू लैफ्ट साइड दे नाल कॉल करना है, फिर आपां प्री ऑर्डर नू राइट साइड दे नाल कॉल करना है। तो इस तरह करके मैं प्री ऑर्डर का मैथड भी बना लिया। इसी तरह जे पोस्ट ऑर्डर का बनाना है तो आपां की करांगे, पोस्ट ऑर्डर दे विच की होएगी चेंज, दसो फटाफट। लेफ्ट राइट फिर राइट आउ फिर रूट ही। हां, पहला आपां इनू इत्थों कट्टिए, पहला आपां पोस्ट ऑर्डर ਦਾ मतलब की है, पहला पोस्ट ऑर्डर लैफ्ट, फिर ਇੱਥੇ ਧਿਆਨ ਰੱਖਿਓ ਪੋਸਟ ਵਾਲੇ ਦੇ ਵਿੱਚ ਪ੍ਰੀ ਨੂੰ ਨਾ ਕਾਲ ਕਰ ਦਿਓ ਨਹੀਂ ਤਾਂ ਪੰਗਾ ਪੈ ਜਾਊਗਾ। ਪੋਸਟ ਆਰਡਰ ਰਾਈਟ ਤੇ ਫਿਰ ਲਾਸਟ ਦੇ ਵਿੱਚ ਆਪਾਂ ਪ੍ਰਿੰਟ ਵਾਲੀ ਸਟੇਟਮੈਂਟ ਲਗਾਣੀ ਹੈ। ਠੀਕ ਹੈ, तो ये हो गया लेफ्ट राइट रूट। ठीक, तो अपना ਜਿਹੜਾ रूल है वो की है लेफ्ट, ये हो गया लेफ्ट, ये हो गया राइट ਤੇ ये हो गया रूट। ओके, तो इन्ना इस तरह करके तुसी प्री ऑर्डर पोस्ट ऑर्डर मैनू मेरे ख्याल से क्लीयर होएगा सारे नू, बहुत ईजी मैथड है बट इन्हां नू समझना थोड़ा जिहा डिफिकल्ट हुंदा है कि इन्हां दी एग्जीक्यूशन किवें होएगी। सो जे तुसी एग्जीक्यूशन नू समझना है तां तुसी इन्हां दे ट्री क्रिएट करोगे, फंक्शन कॉल ट्री जिहड़े कि आपां रिकर्जन वाले लैक्चर दे विच कवर कीते सी, वो तुसी ट्री क्रिएट करके इन्हां दी आउटपुट नू समझ सकते हो। ठीक, तो आई होप के फंक्शन कॉल ट्री जिहड़े मैथड कॉल ट्री तुहानू याद होणगे। याद है कि नहीं कि भुल भल गया सारा कुछ? सो एनीवे ठीक है, इसी तरह डिस्प्ले हो गया।
हाँ हुण डिस्प्ले करन तो बाद आपां मेन मैथड दे विच चलीए। मेन मैथड दे विच मैं बाइनरी ट्री B1 एक क्रिएट कर लिया। B1 डॉट इंसर्ट नोड 5, सब तो पहला मैं 5 इंसर्ट की, फिर मैं इंसर्ट नोड 8 क्योंकि 5 तो वड्डा है इस पासे आएगा। उस तो बाद 3 इस पासे आ जाएगा। फिर 12 5 तो वड्डा है 8 तो भी वड्डा है, 12 इधरली साइड आ गया। फिर 9 5 तो वड्डा है 8 तो भी वड्डा है, 12 तो छोटा है तो 9 इत्थे आ जाएगा। ठीक है, सो आ 4 इंसर्शन 5 इंसर्शन दे नाल मेरे को इस तरह का ट्री क्रिएट हो जाएगा। फिर मैं इनू इन ऑर्डर प्रिंट कराना है। इन ऑर्डर प्रिंट करावांगे तां अपने कोल जिहड़ी ट्रैवर्सल है 3 5 8 9 ते 12, 3 5 8 9 12। ठीक, इस तरह की अपने कोल प्रिंटिंग होएगी जो इन ऑर्डर ट्रैवर्स करांगे। ठीक, तो आपां इनू चला के देख लेना एक बारी, उस तो बाद मैं तुहानू दसांगा कि ये 3 5 8 9 12 किवें आया। ओके, आई होप मेरी स्क्रीन विजिबल होएगी सारिਆਂ ਨੂੰ। सब तो पहला 3 प्रिंट हो गया, फिर 5 प्रिंट हो गया, फिर 8 प्रिंट हो गया, फिर 9 प्रिंट हो गया, फिर 12 प्रिंट हो गया। 1 एंड 0 की है मैं तुहानू बाद च दसदा, मैं सर्चिंग ऑपरेशन लगाए सीगे। सो ये ट्री जिहड़ा है क्योंकि आपां कंसोल एप्लीकेशन बना रहे हैं, कंसोल एप्लीकेशन दे विच ट्री नू ट्री दी शेप दे विच डिस्प्ले नहीं कर सकते। ठीक, ट्री आपां सिंपल स्ट्रेट लाइन दे विच डिस्प्ले होएगा जां आपां ओनू अलग अलग न्यू लाइन दे विच डिस्प्ले कर सकते हैं। जिवें मेरे केस दे विच 3, अगली लाइन दे विच 5, अगली लाइन दे विच 8, फिर 9, फिर 12 इदां करके प्रिंट होया सी, जिस तो आपां नू ये नहीं पता लगेगा। दैट मीन इस तरह का स्ट्रक्चर आपां कंसोल दे विच ड्रा नहीं कर सकते। इनू ड्रा करना बहुत डिफिकल्ट है। जो तुसीं करना चाहते हो तुहाडी इच्छा, तुसीं थोड़ा छोटा जिहा स्ट्रक्चर दा डिस्प्ले हो जाएगा, बट ज्यों-ज्यों ट्री लार्ज होई जाएगा ये स्ट्रक्चर ਨੂੰ डिस्प्ले करना बहुत डिफिकल्ट है। ਜੇ ਤੁਸੀਂ ग्राफिकल यूजर इंटरफेस क्रिएट करोगे यूजिंग जावा और सम अदर लैंग्वेज, फिर ਤੁਸੀਂ ਇਹੋ ਜਿਹੇ स्ट्रक्चर ਤੁਸੀਂ क्रिएट कर सकते हो। बट कंसोल प्रोग्राम ਦੇ ਵਿੱਚ जो आउटपुट है ਉਹ ਤੁਹਾਨੂੰ ਇਸ ਤਰ੍ਹਾਂ ਦੀ ਜਾਂ ਇਸ ਤਰ੍ਹਾਂ ਦੀ, ਤੁਸੀਂ ਇਸ ਤਰ੍ਹਾਂ ਦੀਆਂ ਆਪਸ਼ਨਸ ਹੀ ਡਿਸਪਲੇ ਕਰ ਸਕਦੇ ਹੋ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਕਿਸ ਤਰ੍ਹਾਂ ਦੀ, ਜਦੋਂ ਇਨ ਆਰਡਰ ਕਰਾਂਗੇ ਤਾਂ ਕੀ ਹੋਏਗਾ, ਆਊਟ ਆਰਡਰ ਪੋਸਟ ਆਰਡਰ ਕਰਾਂਗੇ ਤਾਂ ਕਿੱਦਾਂ ਪ੍ਰਿੰਟ ਹੋਏਗਾ, ਪ੍ਰੀ ਆਰਡਰ ਕਰਾਂਗੇ ਤਾਂ ਕਿਸ ਤਰ੍ਹਾਂ ਪ੍ਰਿੰਟ ਹੋਏਗਾ। ਠੀਕ, सो ये अपने इन ऑर्डर ट्रैवर्सल, प्री ऑर्डर ट्रैवर्सल, पोस्ट ऑर्डर ट्रैवर्सल। हाँ, हुण ये समझण वास्ते कि इस तरह की ट्रैवर्सल क्यों हुई, जां जे कोई भी ट्री तुहानू अवेलेबल हो जाए तो तुसीं ओहदी आउटपुट किवें फाइंड आउट कर सकते हो। बहुत ईजी मैथड, बहुत ही ईजी मैथड, ध्यान नाल समझो। इन ऑर्डर, the order in which the nodes are visited during a tree traversal can be easily determined by imagining there is a flag attached to each node as follow। जे तो प्री ऑर्डर ट्रैवर्सल है तो फ्लैग आपां ने पहला इस साइड ते लगाना है। ठीक है, जे अपने कोल पोस्ट ऑर्डर इन ऑर्डर ट्रैवर्सल है तो फ्लैग अपना सेंटर दे विच लगेगा, और जे अपने कोल पोस्ट ऑर्डर ट्रैवर्सल है तो फ्लैग अपना इस साइड लगेगा। ठीक है, प्री ऑर्डर पहला, फिर 2 डंडे, एक लेफ्ट साइड का पॉइंटर है, एक राइट साइड का पॉइंटर है। ठीक है, ਇਹਦਾ मतलब हो गया रूट लेफ्ट राइट। ठीक है, ਇਹਦਾ मतलब है लेफ्ट रूट राइट, ਇਹਦਾ मतलब है लेफ्ट राइट रूट। ओके, तो जिथे रूट आया वर्ड उस जगह ते तुसी फ्लैग नू फिट करना है। एक बारी फ्लैग फिट हो गया तो तुसी उस फ्लैग नू ट्रैवर्स करना है, इन्ना सारे फ्लैग नू कलैक्ट करना है। ठीक है, जिवें आ मेरे को ट्री है तो मैं सारे फ्लैग लगाने तो बाद भी ये जे मैं प्री ऑर्डर ट्रैवर्सल करनी है तो मैं सारे ट्री के हर नोड दे विच इस साइड ते एक फ्लैग लगा लांगा। हुण जदों मैं फ्लैग नू कलैक्ट करना है तो मैं किस तरह कलैक्ट करना है, तो मैं इन्ना सारे फ्लैग नू कलैक्ट करने लई एक लाइन लगावांगा। वो लाइन किस तरह लगानी है कि वो लाइन किसी भी एज नू क्रॉस नहीं करनी चाहिए। ठीक है, किसी भी एज नू क्रॉस नहीं करनी चाहिए, वो इदा इदा चलेगी। ओके, वो किवें चलेगी, इस तरह करके। ठीक, हुण इहदी प्री ऑर्डर ट्रैवर्सल तो तुसीं इत्थे कलैक्शन कर लो। ए, फिर मेरे को आ गया बी, बी तो बाद आ गया डी, डी तो बाद आ गया ई तो बाद आ गया, ये बेसिकली लाइन इत्थों ऐ हो के आएगी। ओके, ई तो बाद आ गया मेरे को सी,
C तो बाद आ गया मेरे को F, F तो बाद आ गया मेरे को C तो बाद F, F तो बाद मेरे को G। तो ये मेरी प्री ऑर्डर ट्रैवर्सल है इस ट्री दी। गॉट माई पॉइंट। इसी तरह जो इन ऑर्डर करना है, ठीक है, आ मेरी प्री ऑर्डर ट्रैवर्सल। आ मैं थ्रेड ਨੂੰ ਕਲੈਕਟ ਕਰ ਲਿਆ, ਸਾਰੀਆਂ ਨੋਡਸ ਨੂੰ ਮੈਂ ਕਲੈਕਟ ਕਰ ਲਿਆ ਇੱਕ ਲਾਈਨ ਦੇ ਥਰੂ। ਤੇ ਉਸ ਦੇ ਵਿੱਚ ਜਿਸ ਤਰ੍ਹਾਂ ਹੁਣ ਲਾਈਨ ਕਿਸ ਤਰ੍ਹਾਂ ਲਗਾਣੀ ਹੈ ਕਿ ਹਰ ਨੋਡ ਤੋਂ ਇਸ ਸਾਈਡ ਤੋਂ ਸ਼ੁਰੂ ਕਰਨਾ, ਆਪਾਂ ਨੇ ਲੈਫਟ ਸਾਈਡ ਤੋਂ ਸ਼ੁਰੂ ਕਰਨਾ ਹੈ, ਠੀਕ ਹੈ, ਲੈਫਟ ਸਾਈਡ ਤੋਂ ਸ਼ੁਰੂ ਕਰਨਾ ਹੈ ਔਰ ਹਰ ਨੋਡ ਨੂੰ ਕਲੈਕਟ ਕਰਦੇ ਜਾਣਾ ਹੈ, ਕਿਸੇ ਵੀ ਜਗ੍ਹਾ ਤੇ ਐਜ ਨੂੰ ਕ੍ਰਾਸ ਨਹੀਂ ਕਰਨਾ। ਆਈਡੀਆਂ ਐਜ ਬਣੀਆਂ ਹੋਈਆਂ ਨੇ, ਇਹਨਾਂ ਨੂੰ ਕ੍ਰਾਸ ਨਹੀਂ ਕਰਨਾ ਔਰ ਨੋਡ ਦੇ ਨਾਲ ਨਾਲ ਚੱਲਦੇ 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 ਸਾਰਿਆਂ ਨੂੰ ਕਲੈਕਟ ਕਰੀ ਜਾਣਾ ਹੈ ਔਰ ਲਾਸਟ ਦੇ ਵਿੱਚ ਇਸੇ ਸੀਕੁਐਂਸ ਚ ਕਲੈਕਟ ਕਰ ਲੈਣੇ ਆ A B D E, E ਤੋਂ ਬਾਅਦ C, C ਤੋਂ ਬਾਅਦ F, F ਤੋਂ ਬਾਅਦ G। ਇਸੇ ਤਰ੍ਹਾਂ ਜੇ ਇਨ ਆਰਡਰ ਕਰਨਾ ਹੈ ਤਾਂ ਆਪਾਂ ਸੈਂਟਰ ਦੇ ਵਿੱਚ ਇਹਨੂੰ ਲਗਾਵਾਂਗੇ ਔਰ ਫਿਰ ਆਪਾਂ ਲਾਈਨ ਸਟਾਰਟ ਕਰਾਂਗੇ ਇਸ ਤਰ੍ਹਾਂ। ਇੱਥੋਂ ਸਟਾਰਟ ਕੀਤੀ, ਪਹਿਲਾਂ D ਆ ਗਿਆ, ਫਿਰ B ਆ ਗਿਆ, ਫਿਰ E ਆ ਗਿਆ, फिर A, फिर F, फिर C ते फिर G। D B E A F C G इस तरह करके ये अपनी इन ऑर्डर ट्रैवर्सल होगी। और पोस्ट ऑर्डर दे विच आपां इस साइड लगाना है तो आपां अपनी ट्रैवर्सल की होएगी, दसो फटाफट हुण की आएगा इसदा आंसर। D E B इधर F फिर C फिर F तो बाद G फिर C फिर A। मैं इत्थे लिख दिना, दोबारा बोलो की आएगा। D आऊ पहला ही, D E फिर E फिर B B फिर F F A G फिर G C G A। ओके, दैट इज पोस्ट ऑर्डर ट्रैवर्सल। ਹੁਣ ਆਪਾਂ ਜੇ ਇਹਨੂੰ ਦੇਖੀਏ ਡਰਾਇੰਗ ਕਿਵੇਂ ਬਣੇਗੀ। ਆ ਮੇਰੀ ਲਾਈਨ ਚੱਲ ਗਈ ਇੱਥੋਂ, ਸਭ ਤੋਂ ਪਹਿਲਾਂ D, ਫਿਰ ਮੇਰੇ ਕੋਲ ਆ ਗਿਆ E, ਫਿਰ ਮੇਰੇ ਕੋਲ ਆ ਗਿਆ B, B ਤੋਂ ਬਾਅਦ ਮੇਰੇ ਕੋਲ ਕੁਝ ਨਹੀਂ ਆ ਰਿਹਾ ਇੱਥੇ, ਇੱਥੇ ਆ ਕੇ F ਆ ਗਿਆ, F ਤੋਂ ਬਾਅਦ ਮੇਰੇ ਕੋਲ ਫਿਰ G ਆ ਗਿਆ, G ਤੋਂ ਬਾਅਦ C ਆ ਗਿਆ, C ਤੋਂ ਬਾਅਦ ਮੇਰੇ ਕੋਲ A ਆ ਗਿਆ। आई होप इट इज क्लियर। ठीक है, तो ये अपने को ईजी वे है किसी भी ट्री की ट्रैवर्सल कढ़नी होवे, क्योंकि पेपर जनरली आ जाता भी आ मेरे को ट्री है, यदि इन ऑर्डर पोस्ट ऑर्डर ट्रैवर्सल दसो की होणगियां। तो फटाफट तुसीं यार फ्लैग लगाओ, फ्लैग नूं कलैक्ट करो, तुहानूं आटोमैटिकली पता लग जाएगा कि उहदी आउटपुट की है। हुण जिहड़ा मेरे को ट्री बनिया होया सीगा, सब तो पहला 3 तो बाद अपने को आया सी 5 तो बाद आया सी अपने को की सीगा उत्थे अपनी आउटपुट, पहला 5 फिर 8 फिर 3, उल्ट बनाता ना अपने। अपने को सीगा 5 तो बाद अपने को 8, 3 इधर आ जाएगा, फिर 12 इधर आ गया, फिर 9 इत्थे आ गया। हुण इहदी इन ऑर्डर ट्रैवर्सल दसो की होएगी। आपां इन ऑर्डर प्रिंट कराइए ना, इन ऑर्डर ट्रैवर्सल। इन ऑर्डर ट्रैवर्सल लिए आपां 3 5 8 9 12 इधरों स्टार्ट करांगे। सब तो पहला 3 फिर 5 फिर 8 फिर 9 फिर 12, यही होया 3 5 8 9 12। क्लियर है? यही अपना प्रिंट हो रहा थीगा। यस सर, अपना प्रिंट यही हो रहा थी कि नहीं हो रहा थी? ਆਪਾਂ ਇਹਨੂੰ यस सर दोबारा चला के देख लेने हैं। ठीक है, 3 5 8 9 12, 3 5 8 9 12। तो दैट मीन अपना इन ऑर्डर का लॉजिक जिहड़ा है वो सही है। ठीक, इसे नूं हुण जे आपां करना होवे पोस्ट ऑर्डर, पोस्ट ऑर्डर ट्रैवर्सल की होएगी 3 9 12 8 5। पहला आप इन ऑर्डर लिख लिया 3 5 8 9 12, ये मेरी इन ऑर्डर सीगी। ठीक है, हुण मैं पोस्ट ऑर्डर की गल कर रहे हैं तो अपने को इत्थे आ गई पहली नोड, आ इत्थे लगूगा, आ इधर लग गया, आ इधर लग गया, आ इधर लग गया। हुण इन्हां नूं कलैक्ट करिए। सब तो पहला आ गया 3 तो बाद अपने को आ गया 9 तो बाद आ गया 12 तो बाद 8 तो बाद 5। तो अपने को पोस्ट ऑर्डर ट्रैवर्सल की है 3 9 12 8 एंड 5। एंड प्री ऑर्डर की होएगी सर 5 3 8 12। ठीक है, तो अपने को इन्हां सारिਆਂ ਨੂੰ ਇੱਥੋਂ हटा दिए। इन्हां दी थां ते आपां हुण लगावांगे किहड़ी साइड ते,
इस साइड ते एक लग गया, इस साइड ते एक लग गया, ਇਹਦੇ ਇੱਥੇ ਲੱਗ ਗਿਆ, ਇਹਦੇ ਇੱਥੇ ਲੱਗ ਗਿਆ, ਇਹਦੇ ਇੱਥੇ ਲੱਗ ਗਿਆ। ਹੁਣ ਇਹਨਾਂ ਨੂੰ ਇਕੱਠੇ ਕਰੋ 5 3 8 12 ਐਂਡ 9। ਠੀਕ ਹੈ 5 3 8 12 ਐਂਡ 9। ਹੁਣ ਆਪਾਂ ਇੱਥੇ ਪ੍ਰਿੰਟ ਕਰੀਏ, ਇਹ ਆਪਾਂ इन ऑर्डर इत्थे आपां लिख दिंदे आ इन ऑर्डर तो बाद आपां लिखिए पोस्ट ऑर्डर और पोस्ट ऑर्डर तो बाद आपां लिखिए प्री ऑर्डर। ठीक है 3 5 8 9 12 इन ऑर्डर हो गया। 3 9 12 8 5 अपना पोस्ट ऑर्डर हो गया। फिर 5 3 8 12 9 5 3 8 12 9 ये अपने कोल आई होप सारे दिख रहा होएगा। ठीक दिख रहा सारे कि नहीं? yes, है ना। सो 5 3 8 12 9 5 3 8 12 9 सो अपने तीनों लॉजिक जेडे ने वो सही है। ठीक है सो इस तरह करके ਆਪਾਂ ਪ੍ਰੀ ਆਰਡਰ ਪੋਸਟ ਆਰਡਰ ਆਪਾਂ ਪ੍ਰਿੰਟ ਵੀ ਕਰਾ ਸਕਦੇ ਹਾਂ। ਉਹਨਾਂ ਦੀ ਮੈਨੂਅਲ ਟ੍ਰੈਵਰਸਲ ਕਿਵੇਂ ਕਰਨੀ ਆ ਉਹ ਵੀ ਆਪਾਂ ਐਕਸਪਲੇਨ ਕਰਤੀ ਤੁਹਾਨੂੰ। ਸੋ ਇੱਥੇ ਤੱਕ ਦਾ ਕੋਈ ਡਾਊਟ ਰਹਿ ਗਿਆ ਹੋਵੇ? ਨੋ ਸਰ ਕੋਈ ਚੀਜ਼ ਨਾ ਪਤਾ ਲੱਗੀ ਹੋਵੇ? ਸੋ ਲਾਸਟ ਹੁਣ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਹੈ, ਉਹ ਹੈ ਕਿ ਇਸ ਟਰੀ ਦੇ ਵਿੱਚੋਂ ਜੇ ਕਿਸੇ ਨੋਡ ਨੂੰ ਸਰਚ ਕਰਨਾ ਹੈ ਤਾਂ ਕਿਵੇਂ ਕਰਾਂਗੇ। ਸੋ ਆਪਣੇ ਕੋਲ ਟਰੀ ਹੈ, ਉਹਦੇ ਵਿੱਚ ਆਪਾਂ ਨੇ ਸਰਚ ਕਰਨਾ ਹੈ 3 ਨਹੀਂ ਆਪਣਾ ਕੀ ਸੀਗਾ 5 फिर ਆਪਾਂ 8 फिर 3 फिर 8 ਦੇ ਇੱਧਰ 12 12 ਦੇ ਇੱਧਰ 9। ਹੁਣ ਇਹਦੇ ਵਿੱਚ ਆਪਾਂ ਸਰਚ ਕਰਨਾ ਹੈ, ਮੈਂ ਇੱਥੇ ਸਰਚ ਕਰਤਾ ਹੈ ਪਹਿਲਾਂ 3 ਨੂੰ ਤੇ ਫਿਰ 20 ਨੂੰ। ਸੋ ਜੇ 3 ਸਰਚ ਕਰਨਾ ਹੈ ਤਾਂ ਕੀ ਕਰਾਂਗੇ? ਸਭ ਤੋਂ ਪਹਿਲਾਂ ਆਪਾਂ ਇੱਥੋਂ ਸਟਾਰਟ ਕਰਾਂਗੇ। ਪਹਿਲਾਂ ਰੂਟ ਨੋਡ ਦੀ ਵੈਲਿਊ ਚੈੱਕ ਕਰਾਂਗੇ। ਜੇ ਰੂਟ ਨੋਡ ਦੀ ਵੈਲਿਊ ਮੈਚ ਕਰ ਗਈ ਆਪਾਂ ਕਹਾਂਗੇ ਲਓ ਜੀ ਲੱਭ ਗਿਆ ਕੰਮ ਸਕਸੈਸਫੁਲ। ਓਕੇ ਤੇ ਜੇ ਮੈਚ ਨਹੀਂ ਕੀਤੀ ਤਾਂ ਕੀ ਹੋਏਗਾ? ਤਾਂ ਜਿਹੜੀ ਆਪਣੀ ਕੀ ਵੈਲਿਊ ਹੈ ਜਾਂ ਤਾਂ ਇਹ ਤੋਂ ਘੱਟ ਹੋਏਗੀ ਜਾਂ ਇਹ ਤੋਂ ਵੱਧ ਹੋਏਗੀ। ਜੇ ਘੱਟ ਹੋਏਗੀ ਤਾਂ ਆਪਾਂ ਕਿਹੜੇ ਪਾਸੇ ਜਾਣਾ ਹੈ? ਫਿਰ ਆਪਾਂ ਇੱਧਰ ਨੂੰ ਮੂਵ ਕਰਨਾ ਹੈ। ਜੇ ਵੱਧ ਹੋਏਗੀ ਤਾਂ ਆਪਾਂ ਇੱਧਰ ਨੂੰ ਮੂਵ ਕਰਨਾ ਹੈ। ਤਾਂ ਕਿਉਂਕਿ ਆਪਾਂ 3 ਫਾਈਂਡ ਆਊਟ ਕਰ ਰਹੇ ਹਾਂ ਤਾਂ 3 ਦੀ ਵੈਲਿਊ ਇਸ ਤੋਂ ਘੱਟ ਹੈ ਤਾਂ ਆਪਾਂ ਮੂਵ ਕਰਾਂਗੇ ਇਸ ਸਾਈਡ ਵੱਲ ਨੂੰ। ਇੱਥੇ ਫਿਰ ਆਪਾਂ ਚੈੱਕ ਕਰਾਂਗੇ ਇਹਦੀ ਵੈਲਿਊ 3 ਦੇ ਨਾਲ ਮੈਚ ਕਰ ਰਹੀ ਹੈ ਕਿ ਨਹੀਂ। ਜੇ ਮੈਚ ਕਰ ਗਈ ਆਪਣਾ ਸਕਸੈਸ ਹੋ ਗਿਆ। ਜੇ ਮੈਚ ਨਹੀਂ ਕੀਤੀ ਤਾਂ ਆਪਾਂ ਕਹਾਂਗੇ ਲੈਫਟ ਸਾਈਡ ਵੱਲ ਜਾਣਾ ਹੈ ਜਾਂ ਰਾਈਟ ਸਾਈਡ ਵੱਲ ਜਾਣਾ ਹੈ। ਤਾਂ ਲੈਫਟ ਸਾਈਡ ਵੱਲ ਜਾਣਾ ਹੈ ਜਾਂ ਰਾਈਟ ਸਾਈਡ ਵੱਲ ਜਾਣਾ ਹੈ ਕਦੋਂ ਤੱਕ ਚੱਲੇਗਾ? ਜਦ ਤੱਕ ਆਪਣੇ ਕੋਲ ਨਲ ਵੈਲਿਊ ਟ੍ਰੈਵਰਸਲ ਦੇ ਵਿੱਚ ਨਹੀਂ ਆ ਜਾਂਦੀ। ਮਤਲਬ ਕਿ ਨਾ ਤਾਂ ਅੱਗੇ ਕੋਈ ਲੈਫਟ ਟਰੀ ਬਚਿਆ ਨਾ ਰਾਈਟ ਟਰੀ ਬਚਿਆ ਤੇ ਫਿਰ ਚੈੱਕ ਕਿੱਥੇ ਕਰਨਾ ਹੈ। ਠੀਕ ਹੈ ਸੋ ਲੈਫਟ ਟਰੀ ਵੀ ਨਹੀਂ ਬਚਿਆ ਰਾਈਟ ਟਰੀ ਵੀ ਨਹੀਂ ਬਚਿਆ। ਉਹ ਕਿਵੇਂ ਪਤਾ ਲੱਗੇਗਾ? ਉਹ ਉਵੇਂ ਪਤਾ ਲੱਗੇਗਾ ਜਦੋਂ ਵੈਲਿਊ ਦੇ ਵਿੱਚ ਨਲ ਪੁਆਇੰਟਰ ਆ ਗਿਆ। ਆਪਣੇ ਪੁਆਇੰਟਰ ਦੇ ਵਿੱਚ ਨਲ ਪੁਆਇੰਟਰ ਆ ਗਿਆ। ਦੈਟ ਮੀਨਸ ਉਹਦੇ ਅੱਗੇ ਨਾ ਤਾਂ ਹੁਣ ਕੋਈ ਸਬ ਟਰੀ ਹੈਗਾ ਨਾ ਲੈਫਟ ਸਾਈਡ ਤੇ ਨਾ ਰਾਈਟ ਸਾਈਡ ਤੇ, ਤਾਂ ਆਪਾਂ ਕੁਝ ਵੀ ਮੈਚ ਨਹੀਂ ਕਰ ਸਕਦੇ। ਠੀਕ ਇਹਦਾ ਮਤਲਬ ਕੀ ਹੋ ਗਿਆ ਕਿ ਵੈਲਿਊ ਐਗਜ਼ਿਸਟ ਨਹੀਂ ਕਰ ਰਹੀ। ਜਿਵੇਂ ਹੁਣ ਆਪਾਂ 20 ਫਾਈਂਡ ਆਊਟ ਕਰਨਾ ਹੈ। ਹੁਣ 20 ਫਾਈਂਡ ਆਊਟ ਕਰਨਾ ਹੈ ਤਾਂ ਕੀ ਕਰਾਂਗੇ? 20 ਫਾਈਂਡ ਆਊਟ ਕਰਨਾ ਹੈ ਤਾਂ ਕੀ ਕਰਾਂਗੇ? 5 ਨਾਲ ਕੰਪੇਅਰ ਕਰਾਂਗੇ ਪਹਿਲਾਂ ਹੀ। ਹਾਂਜੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਆਪਣੇ ਕੋਲ ਇੱਧਰ 3 ਹੈ ਨਾ, ਇੱਥੇ 20 ਆ ਗਿਆ। 25 ਨਾਲ ਕੰਪੇਅਰ ਕੀਤਾ ਤਾਂ ਕਿੱਧਰ ਨੂੰ ਜਾਣਾ ਹੈ? 20 ਮੈਚ ਨਹੀਂ ਕੀਤਾ ਫਿਰ ਆਪਾਂ ਰਾਈਟ ਸਾਈਡ ਵੱਲ ਨੂੰ। ਰਾਈਟ ਸਾਈਡ ਤੇ ਆਪਣੇ ਕੋਲ 8 ਆ ਗਿਆ। 20 ਨੂੰ 8 ਨਾਲ ਮੈਚ ਕੀਤਾ ਤਾਂ ਕੀ ਹੋ ਗਿਆ? ਇਹ ਰਾਈਟ ਸਾਈਡ ਜਾਣਾ। ਰਾਈਟ ਸਾਈਡ ਨੂੰ ਰਾਈਟ ਸਾਈਡ ਤੇ ਆ ਗਿਆ 12। ਫਿਰ 20 ਨੂੰ 12 ਨਾਲ ਮੈਚ ਕੀਤਾ ਫਿਰ ਕੀ ਹੋ ਗਿਆ? ਫਿਰ ਵੀ ਵੱਡਾ ਹੈ ਜੀ। ਵੱਡਾ ਹੈ ਤਾਂ ਰਾਈਟ ਸਾਈਡ ਵੱਲ ਜਾਵਾਂਗੇ। ਰਾਈਟ ਸਾਈਡ ਤੇ ਆਪਣੇ ਕੋਲ ਨਲ ਪੁਆਇੰਟਰ ਆ ਗਿਆ। ਹੁਣ ਨਲ ਪੁਆਇੰਟਰ ਆ ਗਿਆ ਦੈਟ ਮੀਨਸ ਹੋਰ ਤਾਂ ਕੁਝ ਹੈ ਹੀ ਨਹੀਂ ਇੱਥੇ, ਹੋਰ ਕੁਝ ਹੈਗਾ ਨਹੀਂ ਤਾਂ ਦੈਟ ਮੀਨਸ 20 ਜਿਹੜਾ ਹੈ ਉਹ ਐਗਜ਼ਿਸਟ ਨਹੀਂ ਕਰ ਰਿਹਾ। ਫਿਰ ਆਪਾਂ ਮੈਸੇਜ ਲਗਾਵਾਂਗੇ ਕਿ 20 ਐਗਜ਼ਿਸਟ ਨਹੀਂ ਕਰ ਰਿਹਾ। ਇਹੀ ਗੱਲ ਬਣੀ ਨਾ। तो इस लॉजिक ਨੂੰ ਹੁਣ ਆਪਾਂ ਦੇਖੀਏ ਇੰਪਲੀਮੈਂਟ ਕਿਵੇਂ ਕਰਨਾ। ਆ ਮੇਰੇ 3 ਲਾਈਨਾਂ ਦੇ ਵਿੱਚ ਲੌਜੀਕ ਇੰਪਲੀਮੈਂਟ ਹੋ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਰੂਟ ਨੂੰ ਇੱਕ ਟੈਂਪਰੇਰੀ ਜਾਂ ਟੈਂਪਰੇਰੀ ਲਿਖ ਲਓ ਜਾਂ ਨੋਡ ਪੁਆਇੰਟਰ ਲਿਖ ਲਿਆ। ਮੈਂ ਇੱਥੇ ਕੁਝ ਵੀ ਲਿਖਿਆ ਜਾ ਸਕਦਾ। ਜਦ ਤੱਕ ਆਪਾਂ ਲੂਪ ਚਲਾਣੀ ਹੈ ਆਪਾਂ ਮੂਵ ਕਰਦੇ ਰਹਿਣਾ ਅੱਗੇ ਅੱਗੇ। ਕਦੋਂ ਤੱਕ? ਜਦ ਤੱਕ ਨੋਡ ਪੁਆਇੰਟਰ 'ਚ ਕੋਈ ਨਾ ਕੋਈ ਵੈਲਿਊ ਹੈਗੀ ਹੈ। ਜਿਉਂ ਹੀ ਇੱਥੇ ਨਲ ਪੁਆਇੰਟਰ ਆਏਗਾ ਇਹ ਲੂਪ ਬ੍ਰੇਕ ਹੋ ਜਾਏਗੀ। ਹੁਣ ਨਲ ਪੁਆਇੰਟਰ ਕਿਵੇਂ ਆਏਗਾ? ਇੱਥੋਂ ਮੂਵ ਕਰਦੇ ਕਰਦੇ ਇੱਕ ਥਾਂ ਤੇ ਨਲ ਪੁਆਇੰਟਰ ਆਈ ਜਾਣਾ ਆ। ਠੀਕ ਹੁਣ ਆਪਾਂ ਚੈੱਕ ਕਰਾਂਗੇ ਜੇ ਤਾਂ ਨੋਡ ਪੁਆਇੰਟਰ ਦੀ ਵੈਲਿਊ ਮਿਲ ਗਈ ਜਿੱਥੇ ਨੋਡ ਪੁਆਇੰਟਰ ਪੁਆਇੰਟ ਕਰ ਰਿਹਾ, ਨੋਡ ਪੁਆਇੰਟਰ ਰੂਟ ਤੋਂ ਸਟਾਰਟ ਹੋ ਗਿਆ ਤਾਂ ਰੂਟ ਤੋਂ ਆਪਾਂ ਰੂਟ ਦੀ ਜੋ ਵੈਲਿਊ ਹੈ ਜੇ ਆਪਣੀ ਕੀ ਵੈਲਿਊ ਦੇ ਨਾਲ ਮੈਚ ਕਰ ਗਈ, ਠੀਕ ਹੈ, ਜੋ ਵੀ ਆਪਾਂ ਲੱਭ ਰਹੇ ਹਾਂ ਉਹਦੇ ਨਾਲ ਉਹ ਮੈਚ ਕਰ ਗਈ ਤਾਂ ਆਪਾਂ ਰਿਟਰਨ ਕਰ ਦੇਣਾ ਟਰੂ।
ਤਾਂ ਇਸ ਫੰਕਸ਼ਨ ਦਾ ਕੰਮ ਖਤਮ ਕਿ ਆਪਾਂ ਨੂੰ ਵੈਲਿਊ ਲੱਭ ਗਈ। ਟਰੂ ਮੀਨ ਕਿ ਸਕਸੈਸਫੁਲ। ਓਕੇ, ਨਹੀਂ ਤਾਂ ਜੇ ਨਹੀਂ ਮੈਚ ਕਰ ਰਹੀ ਤਾਂ ਜੇ ਉਹਦੀ ਵੈਲਿਊ ਇਸ ਵੈਲਿਊ ਤੋਂ ਘੱਟ ਹੈ ਤਾਂ ਆਪਾਂ ਨੋਡ ਪੁਆਇੰਟਰ ਨੂੰ ਅਪਡੇਟ ਕਰ ਦੇਣਾ ਲੈਫਟ ਸਾਈਡ ਦੇ ਨਾਲ, ਨਹੀਂ ਤਾਂ ਨੋਡ ਪੁਆਇੰਟਰ ਨੂੰ ਅਪਡੇਟ ਕਰ ਦੇਣਾ ਰਾਈਟ ਸਾਈਡ ਦੇ ਨਾਲ। ਠੀਕ ਹੈ, ਜਦੋਂ ਇਹ ਲੂਪ ਬ੍ਰੇਕ ਹੋਏਗੀ, ਲੂਪ ਕਦੋਂ ਬ੍ਰੇਕ ਹੋਏਗੀ? ਜਾਂ ਤਾਂ ਵੈਲਿਊ ਮਿਲ ਜੂ ਜੀ ਜਾਂ ਮਿਲਣੀ ਨਹੀਂ ਹੈਗੀ। ਜਦੋਂ ਨਾ ਬ੍ਰੇਕ ਕਦੋਂ ਹੋਏਗੀ? ਨੋਡ ਪੁਆਇੰਟਰ ਨਾਲ ਜਦੋਂ ਨਲ ਵੈਲਿਊ ਜਦੋਂ ਵੈਲਿਊ ਨੋਡ ਪੁਆਇੰਟਰ ਚ ਨਲ ਆ ਗਈ। ਜਦੋਂ ਨੋਡ ਪੁਆਇੰਟਰ ਚ ਨਲ ਆ ਗਈ ਇਹਦਾ ਮਤਲਬ ਕੀ ਹੋ ਗਿਆ ਕਿ ਆਪਣੇ ਕੋਲ ਵੈਲਿਊ ਟਰੀ ਦੇ ਵਿੱਚ ਐਗਜ਼ਿਸਟ ਕਰ ਹੀ ਨਹੀਂ ਰਹੀ ਕਿਤੇ ਵੀ, ਤਾਂ ਆਪਾਂ ਰਿਟਰਨ ਕੀ ਕਰਾਂਗੇ? ਫਾਲਸ। ਠੀਕ ਹੈ, ਸੋ ਬਾਈ ਡਿਫਾਲਟ ਫਾਲਸ ਹੀ ਰਿਟਰਨ ਹੋਏਗਾ। ਇਹ ਲੂਪ ਐਂਡ ਤੱਕ ਆਪਣੇ ਚਲੇ ਜਾਂਦੀ ਹੈ, ਲੂਪ ਨੂੰ ਐਂਡ ਤੱਕ ਐਗਜ਼ੀਕਿਊਟ ਹੋਣ ਦਾ ਮੌਕਾ ਮਿਲ ਜਾਂਦਾ ਹੈ, ਔਰ ਲੂਪ ਦੇ ਐਗਜ਼ਿਟ ਹੋਣ ਦਾ ਕਾਰਨ ਆਪਣਾ ਨਲ ਪੁਆਇੰਟਰ ਹੈ। ਜੇ ਲੂਪ ਦੇ ਐਗਜ਼ਿਟ ਹੋਣ ਦਾ ਕਾਰਨ ਨਲ ਪੁਆਇੰਟਰ ਹੈ, ਇਹਦਾ ਮਤਲਬ ਕੀ ਹੈ ਕਿ ਆਪਾਂ ਨੂੰ ਵੈਲਿਊ ਨਹੀਂ ਮਿਲੀ। ਜਦੋਂ ਵੈਲਿਊ ਨਹੀਂ ਮਿਲੀ ਤਾਂ ਆਪਾਂ ਹਮੇਸ਼ਾ ਫਾਲਸ ਨੂੰ ਰਿਟਰਨ ਕਰਾਂਗੇ। ਜੇ ਕਿਸੇ ਜਗ੍ਹਾ ਤੇ ਆਪਾਂ ਨੂੰ ਵੈਲਿਊ ਮਿਲ ਜਾਂਦੀ ਹੈ ਤਾਂ ਇਸ ਲੌਜਿਕ ਨੇ, ਇਸ ਫੰਕਸ਼ਨ ਨੇ ਟਰੂ ਨੂੰ ਰਿਟਰਨ ਕਰ ਦੇਣਾ ਹੈ। ਇਸ ਕੇਸ ਦੇ ਵਿੱਚ ਲੂਪ ਬ੍ਰੇਕ ਨਹੀਂ ਹੋ ਰਹੀ, ਆਪਾਂ ਫੰਕਸ਼ਨ ਨੂੰ ਹੀ ਖਤਮ ਕਰ ਰਹੇ ਹਾਂ। ਆਪਾਂ ਰਿਟਰਨ ਸਟੇਟਮੈਂਟ ਲਗਾਤੀ, ਰਿਟਰਨ ਸਟੇਟਮੈਂਟ ਦੇ ਨਾਲ ਫੰਕਸ਼ਨ ਹੀ ਖਤਮ ਹੋ ਜਾਂਦਾ ਹੈ। ਲੂਪ ਜਿਹੜੀ ਵੀ ਜਿੱਥੇ ਵੀ ਚੱਲ ਰਹੀ ਹੈ ਆਪਣੇ ਆਪ ਉੱਥੇ ਟੁੱਟ ਜਾਣੀ ਆ। ਠੀਕ, ਸੋ ਲੂਪ ਨੈਚੁਰਲੀ ਬ੍ਰੇਕ ਨਹੀਂ ਹੋਈ, ਆਪਣੀ ਪੂਰੀ ਲਾਈਫ ਸਪੈਨ ਕਵਰ ਕਰਕੇ ਬ੍ਰੇਕ ਨਹੀਂ ਹੋਈ, ਬਲਕਿ ਵੈਲਿਊ ਮਿਲਣ ਕਰਕੇ ਬ੍ਰੇਕ ਹੋਈ ਹੈ। ਤਾਂ ਆਪਾਂ ਇੱਥੇ ਰਿਟਰਨ ਕੀਤਾ ਟਰੂ। ਰਿਟਰਨ ਦੇ ਨਾਲ ਲੂਪ ਆਪਣੇ ਆਪ ਬ੍ਰੇਕ ਹੋ ਜਾਣੀ ਹੈ ਔਰ ਫੰਕਸ਼ਨ ਵੀ ਖਤਮ ਹੋ ਜਾਣਾ ਹੈ। ਜਦ ਕਿ ਇਸ ਕੇਸ ਦੇ ਵਿੱਚ ਇੱਥੇ ਜਦ ਤੱਕ ਜੇ ਇੱਥੇ ਪਹੁੰਚਦਾ ਹੈ ਤਾਂ ਫੰਕਸ਼ਨ ਖਤਮ ਨਹੀਂ ਹੋਇਆ, ਆਪਣੀ ਲੂਪ ਖਤਮ ਹੋਈ ਹੈ। ਲੂਪ ਦੇ ਖਤਮ ਹੋਣ ਤੋਂ ਬਾਅਦ ਇਸ ਪੁਆਇੰਟ ਤੇ ਪਹੁੰਚਣ ਦਾ ਮਤਲਬ ਕੀ ਹੈ ਕਿ ਆਪਾਂ ਨੂੰ ਵੈਲਿਊ ਟਰੀ ਦੇ ਵਿੱਚ ਨਹੀਂ ਮਿਲੀ, ਤਾਂ ਆਪਾਂ ਫਾਲਸ ਨੂੰ ਬਾਈ ਡਿਫਾਲਟ ਰਿਟਰਨ ਕਰ ਦਿਆਂਗੇ। ਬਸ ਇਹ ਦੋ ਵੈਲਿਊਜ਼ ਦੇ ਹਿਸਾਬ ਨਾਲ ਆਪਾਂ ਇੱਥੇ ਸਾਰਾ ਕੁਝ ਇਹਨਾਂ ਦੇ ਹਿਸਾਬ ਨਾਲ ਆਪਾਂ ਅੱਗੇ ਦੱਸ ਦੇਣਾ ਮੇਨ ਮੈਥਡ ਨੇ ਕਿ ਵੈਲਿਊ ਮਿਲੀ ਕਿ ਨਹੀਂ ਮਿਲੀ। ਓਕੇ, ਹੁਣ ਮੇਨ ਮੈਥਡ ਦੇ ਵਿੱਚ ਆਪਾਂ ਕੀ ਲੌਜਿਕ ਲਗਾਇਆ? ਮੈਂ ਲਗਾਇਆ ਸਿਰਫ ਸੀ ਆਊਟ b1 ਡਾਟ ਸਰਚ ਨੋਡ 3। ਹੁਣ ਜੇ ਤਾਂ ਇੱਥੇ ਟਰੂ ਰਿਟਰਨ ਹੋਏਗਾ ਤਾਂ ਟਰੂ ਦੀ ਥਾਂ ਤੇ ਪ੍ਰਿੰਟ ਹੋਏਗਾ 1, ਜੇ ਫਾਲਸ ਰਿਟਰਨ ਹੋਏਗਾ ਤਾਂ ਫਾਲਸ ਦੀ ਥਾਂ ਤੇ ਪ੍ਰਿੰਟ ਹੋਏਗਾ 0। ਓਕੇ, ਕਿਉਂਕਿ C++ ਦੇ ਵਿੱਚ ਟਰੂ ਔਰ ਫਾਲਸ ਬੇਸਿਕਲੀ ਕਹਿਣ ਨੂੰ ਤਾਂ ਬੂਲੀਅਨ ਵੈਲਿਊਜ਼ ਨੇ, ਬਟ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਇੰਟਰਨਲੀ ਉਹ ਇੰਟੀਜਰ ਵੈਲਿਊ ਹੀ ਹੈ, ਤਾਂ ਉਹ 0 ਔਰ 1 ਹੀ ਪ੍ਰਿੰਟ ਕਰਨਗੇ, ਉਹ ਟਰੂ ਫਾਲਸ ਪ੍ਰਿੰਟ ਨਹੀਂ ਕਰਨਗੇ। ਠੀਕ, ਸੋ ਇੱਥੇ 20 ਆਪਣਾ ਕਿਉਂਕਿ ਫਾਲਸ ਰਿਟਰਨ ਕਰੇਗਾ ਤਾਂ 0, 3 ਕਿਉਂਕਿ ਟਰੂ ਰਿਟਰਨ ਕਰੇਗਾ ਤਾਂ ਪ੍ਰਿੰਟ ਹੋਏਗਾ 1। ਦੈਟਸ ਵਾਈ ਜਿਹੜੀ ਤੁਹਾਡੀ ਆਊਟਪੁੱਟ ਹੈ ਉਹ ਤੁਹਾਨੂੰ 1 ਔਰ 0 ਉੱਥੇ ਦਿਖਦੀ ਹੈ। ਓਕੇ, तो ਇੱਥੇ ਤੁਸੀਂ ਦੇਖੋਗੇ ਲਾਸਟ ਟੂ ਵੈਲਿਊਜ਼ 1 ਐਂਡ 0 ਹੈ। ਠੀਕ ਹੈ, ਔਰ 1 ਐਂਡ 0 ਕੀ ਹੈ? ਉਹ ਬੇਸਿਕਲੀ ਆਹ ਵਾਲੀ ਆਊਟਪੁੱਟ ਹੈ ਕਿ 1 ਮੀਨਸ ਉਹਨੂੰ ਵੈਲਿਊ ਮਿਲ ਗਈ, 0 ਮੀਨਸ ਕਿ ਵੈਲਿਊ ਨਹੀਂ ਮਿਲੀ।